NKN TV ਦੇਖ ਰਹੇ ਸਰੋਤਿਆਂ ਦਾ ਸਵਾਗਤ ਹੈ। NKN TV ਦੀ ਸਮੁੱਚੀ ਟੀਮ ਇਸ ਵੇਲੇ ਪਹੁੰਚੀ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਲਕਾ ਬੰਗਾ ਦਾ ਪਿੰਡ ਘਟਾਰੋਂ। ਆਓ ਮਿਲਦੇ ਹਾਂ ਇਸ ਪਿੰਡ ਦੇ ਵਿੱਚ ਪੰਚਾਇਤ ਨੂੰ, ਸਰਪੰਚ ਸਾਹਿਬ ਨੂੰ ਤੇ ਹੋਰ ਪਤਵੰਤੇ ਸੱਜਣਾ ਨੂੰ ਕੀਤਾ ਜਾ ਰਿਹਾ ਵਿਕਾਸ। ਆਓ ਦੇਖਦੇ ਹਾਂ। ਆਓ ਮਿਲਦੇ ਹਾਂ ਇਸ ਪਿੰਡ ਘਟਾਰੋਂ ਦੇ ਸਰਪੰਚ ਰਣਜੀਤ ਕੌਰ ਜੀ ਨੂੰ ਕਿ ਇਹ ਜਿਹੜਾ ਪਿੰਡ ਦੇ ਵਿੱਚ ਤੁਸੀਂ ਦੇਖਿਆ ਵਿਕਾਸ ਕੀਤਾ ਜਾ ਰਿਹਾ। ਇਹ ਪਿੰਡ ਦੇ ਵਿੱਚ ਇੰਟਰਲੋਕ ਲਾਏ ਜਾ ਰਹੇ ਨੇ ਤਾਂ ਬਹੁਤ ਵਧੀਆ, ਅੱਛਾ ਬੈਠਣ ਦੇ ਵਾਸਤੇ ਇੱਕ ਥੜੇ ਦੇ ਰੂਪ ਦੇ ਵਿੱਚ, ਪੰਡਾਲ ਦੇ ਰੂਪ ਦੇ ਵਿੱਚ, ਔਰ ਸੀਵਰੇਜ ਪਾਏ ਜਾ ਰਹੇ ਨੇ। ਹੋਰ ਵੀ ਬਹੁਤ ਸਾਰੇ ਵਿਕਾਸ ਤੁਹਾਨੂੰ ਦਿਖਾਏ ਨੇ। ਆਓ ਮਿਲਦੇ ਹਾਂ ਇਹ ਵਿਕਾਸ ਕਰਨ ਵਾਲੀ ਸਮੁੱਚੀ ਟੀਮ ਇੱਥੋਂ ਕਿਵੇਂ ਚਲਾ ਰਹੇ ਨੇ ਕੰਮ, ਪੰਚਾਇਤ, ਹੋਰ ਵੀ ਪਤਵੰਤੇ ਸੱਜਣ ਨੇ ਇਸ ਵੇਲੇ। ਆਓ ਮਿਲਦੇ ਹਾਂ ਸਰਪੰਚ ਰਣਜੀਤ ਕੌਰ ਜੀ ਨੂੰ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ, ਅਸੀਂ ਦੇਖਿਆ NKN TV ਦੀ ਸਮੁੱਚੀ ਟੀਮ ਨੇ ਕਿ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਵਿਕਾਸ ਕੀਤਾ ਜਾ ਰਿਹਾ, ਕਾਫੀ ਅੱਛਾ ਲੱਗਿਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਅਜੇ ਵਿਕਾਸ ਸ਼ੁਰੂ ਵੀ ਨਹੀਂ ਕੀਤੇ ਗਏ। ਤੁਹਾਡੇ ਕਾਫੀ ਦੇਖਿਆ ਕਿ ਸੀਵਰੇਜ ਪਾਏ ਜਾ ਰਹੇ ਨੇ, ਰਸਤੇ ਦੇ ਵਿੱਚ ਪੈਪ ਹੋਰ ਪਾਉਣ ਵਾਸਤੇ ਪਏ ਵੀ ਨੇ, ਇੱਥੇ ਵੀ ਇੰਟਰਲੋਕ ਲਾਇਆ ਜਾ ਰਿਹਾ। ਨੌਜਵਾਨ ਬਹੁਤ ਅੱਛੇ ਤਰੀਕੇ ਦੇ ਨਾਲ ਚਾਅ ਦੇ ਨਾਲ ਬਣਾ ਰਹੇ ਨੇ ਥੜਾ, ਤੇ ਬੀਬੀਆਂ ਵੀ ਆਪ ਵੀ ਹਿੰਮਤ ਕਰਕੇ ਉਹ ਸੇਵਾਵਾਂ ਨਾਲ ਕਰਵਾ ਰਹੀਆਂ ਨੇ। ਇਹ ਸਾਰਾ ਜਿਹੜਾ ਪੈਸਾ ਹੈਗਾ ਆ, ਇਹ ਸਰਕਾਰ ਵੱਲੋਂ ਆਇਆ ਜਾਂ ਪਿੰਡ ਵੱਲੋਂ ਜਾਂ NRI ਸੱਜਣਾ ਦਾ ਵੀ ਸਪੋਰਟ ਹੈਗੀ ਆ? ਇਸ ਸਾਰੇ NRI ਸੱਜਣਾ ਦੀ ਸਪੋਰਟ ਆ ਜੀ। ਬਹੁਤ ਜ਼ਿਆਦਾ ਪਿੰਡ ਦੇ ਮਤਲਬ ਨੌਜਵਾਨਾਂ ਨੇ ਸਾਡੀ ਮਤਲਬ ਹਿੰਮਤ ਦਿੱਤੀ, ਸਾਨੂੰ ਸੰਯੋਗ ਪਾਇਆ ਬਹੁਤ ਜ਼ਿਆਦਾ। ਜੋ ਵੀ ਸੀਵਰੇਜ ਦਾ ਕੰਮ ਆ ਉਹ ਵੀ ਸਾਡੇ ਪਿੰਡ ਵੱਲੋਂ ਹੋ ਰਿਹਾ। ਇਹ ਜੋ ਥੜੇ ਦਾ ਕੰਮ ਆ ਇਹ ਵੀ ਸਾਡੀ ਨਗਰ ਦੀ ਸੇਵਾ ਵੱਲੋਂ ਹੋ ਰਿਹਾ। ਹਾਂਜੀ, ਜੋ ਗਲੀਆਂ ਬਣੀਆਂ ਗਈਆਂ ਉਹ ਸਰਕਾਰ ਦੀ ਮਤਲਬ ਜਿਹੜਾ ਗਲੀਆਂ ਨਾਲੀਆਂ ਦਾ ਕੰਮ ਚੱਲਿਆ ਸੀ ਉਹ ਸਰਕਾਰ ਨੇ ਪੈਸੇ ਦਿੱਤੇ ਨੇ? ਸਰਕਾਰ ਵੱਲੋਂ ਪੈਸੇ ਆਏ ਆ। ਇਹ ਜੋ ਕੰਮ ਹੋ ਰਿਹਾ ਹੈ ਹੁਣ ਜਿਹੜੀ ਸਰਕਾਰ ਕੁਝ ਸਮੇਂ ਤੋਂ ਕਰੀਬ 4 ਸਾਲ ਦੇ ਕਰੀਬ ਹੋ ਚੱਲੇ ਨੇ, ਕਾਂਗਰਸ ਦੀ ਸਰਕਾਰ ਬਣੀ ਨੂੰ, ਇਸ ਸਰਕਾਰ ਨੇ ਦਿੱਤੇ ਸੀ ਜਾਂ ਪਹਿਲਾਂ ਦੇ ਪੈਸੇ ਪਏ? ਨਹੀਂ ਸਰ, ਇਸ ਸਰਕਾਰ ਨੇ ਹੁਣ ਮਿਲੇ ਸੀ। ਹਾਂਜੀ ਠੀਕ ਹੈ ਜੀ। ਹਾਂਜੀ, ਤੇ ਜਿਹੜਾ ਸੀਵਰੇਜ ਦਾ ਕੰਮ ਉਹ ਕਿਹਨਾਂ ਵੱਲੋਂ ਹੈਗਾ, ਖਰਚਾ ਕੀਤਾ ਗਿਆ? ਉਹ ਸਾਰੇ ਸਾਡੇ ਨਗਰ ਵੱਲੋਂ। ਅੱਛਾ। ਹਾਂਜੀ, ਅਸੀਂ ਘਰ ਘਰ ਜਾ ਕੇ ਹਰ ਇੱਕ ਬੰਦੇ ਨੂੰ ਦੱਸਿਆ ਇਹਦੇ ਬਾਰੇ, ਕਿਉਂਕਿ ਸਾਡੇ ਪਿੰਡ ਵਿੱਚ ਛੱਪੜਾਂ ਦਾ ਨਿਕਾਸ ਨਹੀਂ ਸੀ, ਬਹੁਤ ਜ਼ਿਆਦਾ ਗੰਦਗੀ ਸੀਗੀ। ਅਸੀਂ ਚਾਹੁੰਦੇ ਸੀ ਕਿ ਸਾਡੇ ਪਿੰਡ ਵਿੱਚ ਵੀ ਵਧੀਆ ਸੁੰਦਰ ਬਣਿਆ ਜਾਵੇ, ਕਿ ਅਸੀਂ ਛੱਪੜ ਚੱਕਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਫਿਰ ਸਾਨੂੰ ਬਹੁਤ ਜ਼ਿਆਦਾ ਸੰਯੋਗ ਮਿਲਿਆ ਸਾਰੇ ਨੌਜਵਾਨਾਂ ਦਾ, ਭੈਣਾਂ ਦਾ, ਬਹੁਤ ਬੀਬੀਆਂ ਨੇ ਹੈਲਪ ਕਰਾਈ ਮੇਰੀ,
ਤੇ ਬਹੁਤ ਸਾਰੀ ਪੰਚਾਇਤ ਦੀ ਵੀ ਮੈਨੂੰ ਹੈਲਪ ਆ, ਸਾਰੇ ਮਤਲਬ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਆ ਕਿ ਘਰ ਘਰ ਜਾ ਕੇ ਮੇਰੇ ਨਾਲ ਮੇਰੀ ਹਿੰਮਤ ਵਧਾ ਰਹੇ ਆ, ਕੰਮ ਕਰਨ ਦੀ ਇੱਕ ਸ਼ਕਤੀ ਦੇ ਰਹੇ ਆ, ਮੇਰੇ ਨਾਲ ਜਾ ਕੇ ਹਰ ਕਿਸੇ ਨੇ ਮੇਰੀ ਹੈਲਪ ਕੀਤੀ, ਵੱਧ ਤੋਂ ਵੱਧ ਕਿਸ ਤੋਂ ਕਿੰਨਾ ਵੀ ਹੋਇਆ ਬਹੁਤ ਜ਼ਿਆਦਾ ਹੈਲਪ ਕੀਤੀ। ਬਿਲਕੁਲ ਜੀ, ਅਸੀਂ ਅਕਸਰ ਦੇਖਦੇ ਹਾਂ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੇਡੀ ਸਰਪੰਚ ਹੈਗੇ ਨੇ, ਵੈਸੇ ਪੰਜਾਬ ਦੇ ਵਿੱਚ 50% ਜਿਹੜਾ ਲੇਡੀਜ਼ ਨੂੰ ਹਿੱਸੇਦਾਰੀ ਦਿੱਤੀ ਗਈ ਆ, ਪਰ ਦੇਖਣ ਦੇ ਵਿੱਚ ਆਉਂਦਾ ਜਿੱਥੇ ਜਿੱਥੇ ਔਰਤਾਂ ਸਰਪੰਚ ਨੇ ਉੱਥੇ ਕੰਮ ਦੀ ਜਿਹੜੀ ਚਾਲ ਹੁੰਦੀ ਹੈ ਢਿੱਲੀ ਹੁੰਦੀ ਆ, ਪਰ ਇੱਥੇ ਪਿੰਡ ਘਟਾਰੋਂ ਦੇ ਅੰਦਰ ਇਹ ਵਿਕਾਸ ਬੜਾ ਤੇਜ਼ੀ ਦੇ ਨਾਲ ਹੋ ਰਿਹਾ। ਔਰ ਇਹ ਵੀ ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਕਿ ਪਿੰਡ ਦੇ NRI ਸੱਜਣ ਤੇ ਪਿੰਡ ਦੇ ਨੌਜਵਾਨ ਜਿਹੜੇ ਆ, ਪਿੰਡ ਦੇ ਪਤਵੰਤੇ ਸੱਜਣ, ਉਹਨਾਂ ਦੀ ਬਹੁਤ ਵੱਡੀ ਸਪੋਰਟ ਹੈ। ਅਸੀਂ ਆਸ ਕਰਦੇ ਕਿ ਜਿੱਥੇ ਜਿੱਥੇ ਲੇਡੀ ਸਰਪੰਚ ਹੈਗੇ ਆ ਉਹ ਬਾਕੀ ਪਿੰਡ ਦੇ ਸੱਜਣਾਂ ਦਾ ਸਹਿਯੋਗ ਲਾ ਕੇ ਇੱਦਾਂ ਹੀ ਕੰਮ ਕਰਨਗੇ ਤਾਂ ਪਿੰਡ ਜਿਹੜਾ ਉਹ ਹੋਰ ਵੀ ਅੱਛੇ ਤਰੀਕੇ ਨਾਲ ਵਿਕਾਸ ਦੀਆਂ ਬੁਲੰਦੀਆਂ ਤੇ ਜਾਏਗਾ। ਇਹ ਕਿੰਨਾ ਕੁ ਪ੍ਰੋਜੈਕਟ ਸੀਗਾ ਤੁਹਾਡਾ ਜਿਹੜਾ ਸੀਵਰੇਜ ਵਾਲਾ ਸੀਗਾ, ਕਿੰਨਾ ਕੁ ਅੰਦਾਜ਼ਨ ਖਰਚਾ? ਅੰਦਾਜ਼ਾ ਹੈਗਾ 15 ਲੱਖ ਦਾ। 15 ਲੱਖ ਰੁਪਏ ਦਾ। ਤੇ ਉਹਦੇ ਵਿੱਚ ਕਿੰਨਾ ਕੁ ਡੋਨੇਸ਼ਨ ਹੁਣ ਤੱਕ ਆ ਗਈ ਤੁਹਾਡੇ ਕੋਲ? ਸਰ ਅਗੀ 5 ਲੱਖ, ਬਾਕੀ ਬਹੁਤ ਜ਼ਿਆਦਾ ਸੰਯੋਗ ਦੇ ਰਹੇ ਆ, ਅੱਜ ਕੱਲ੍ਹ 'ਚ ਪੈਸੇ ਆ ਰਹੇ ਆ। ਵੈਰੀ ਗੁੱਡ ਜੀ, 5 ਲੱਖ ਰੁਪਈਆ ਕਰੀਬ ਆ ਗਿਆ, ਬਾਕੀ ਨੇ ਕਹਿਤਾ ਆ ਜਾਣਗੇ ਜੀ, ਤੁਸੀਂ ਕੰਮ ਸ਼ੁਰੂ ਕਰੋ। ਉਹ ਕਹਿੰਦੇ ਕੰਮ ਸ਼ੁਰੂ ਕਰੋ ਜੀ, ਇਹ ਸ਼ੁਰੂਆਤ ਆ, ਰੋਜ਼ ਦਿਨ ਐਸਾ ਹੈ ਕਿ ਰੋਜ਼ ਪੈਸੇ ਆ ਰਹੇ ਆ। ਵੈਰੀ ਗੁੱਡ, ਬਹੁਤ ਚੰਗੀ ਗੱਲ, ਬਹੁਤ ਖੁਸ਼ੀ ਦੀ ਗੱਲ। ਜਿਹੜਾ ਇਹ ਇੰਟਰਲੋਕ ਦਾ ਕੰਮ ਕੀਤਾ ਜਾ ਰਿਹਾ, ਬਹੁਤ ਅੱਛੀ ਬੈਠਣ ਦੇ ਵਾਸਤੇ ਜਗ੍ਹਾ, ਇਹ ਮੈਨੂੰ ਲੱਗਦਾ ਕਿ ਤੁਹਾਡੇ ਵਿਆਹ ਸ਼ਾਦੀ ਜਾਂ ਹੋਰ ਸਮਾਗਮ ਵੀ ਇੱਥੇ ਕੀਤੇ ਜਾ ਸਕਦੇ, ਰਾਜਸੀ ਇੱਥੇ ਕਾਨਫਰੰਸਾਂ ਹੋ ਸਕਦੀਆਂ ਨੇ, ਹੋਰ ਸਮਾਜਿਕ ਜਿਹੜੇ ਪ੍ਰੋਗਰਾਮ ਉਹ ਇੱਥੇ ਹੋ ਸਕਦੇ ਨੇ। ਬਹੁਤ ਵਧੀਆ ਲੱਗਦਾ, ਬੈਠਣ ਲਈ ਥੜੇ ਵੀ ਬਣਾਏ ਹੈਗੇ ਨੇ। ਮੈਨੂੰ ਲੱਗਦਾ ਵੀ ਇੱਥੇ ਤੁਸੀਂ ਪੱਥਰ ਦੀਆਂ ਚੇਅਰਾਂ ਵੀ ਲਿਆ ਕੇ ਰੱਖੋਗੇ, ਬੈਂਚ? ਹਾਂਜੀ ਸਰ, ਹਾਂਜੀ ਜ਼ਰੂਰ। ਪਹਿਲਾਂ ਹੀ ਗਮਲੇ ਰੱਖਾਂਗੇ, ਜੋ ਵੀ ਮਤਲਬ ਜਿੱਦਾਂ ਸਾਡੇ ਪਿੰਡ ਦਾ ਧਾਰਮਿਕ ਸਥਾਨ ਆ, ਮੁੱਖ ਦਰਵਾਜ਼ਾ ਆ, ਅਸੀਂ ਚਾਹੁੰਦੇ ਸੀ ਕਿ ਇਹ ਵਧੀਆ ਲੱਗੇ ਤਾਂ ਫਿਰ ਸਾਡਾ ਪਿੰਡ ਵਧੀਆ ਲੱਗੂਗਾ। ਬਿਲਕੁਲ ਜੀ, ਘਰ ਦੇ ਭਾਗ ਡੇੜੀ ਤੋਂ ਪਤਾ ਲੱਗਦਾ, ਜੇ ਡੇੜੀ ਵਧੀਆ ਤੱਕ ਪਿੰਡ ਪਤਾ ਲੱਗ ਜਾਂਦਾ ਵੀ ਪਿੰਡ ਵੀ ਬਹੁਤ ਸੋਹਣਾ ਹੋਊਗਾ। ਬਹੁਤ ਚੰਗੀ ਗੱਲ ਹੈ। ਸਦੀਆਂ ਤੋਂ ਹੀ ਐਸੇ ਪਿਆ ਸੀਗਾ, ਸਦੀਆਂ ਬਾਅਦ ਇਸ ਦਾ ਅੱਜ ਵਾਹਿਗੁਰੂ ਨੇ ਸਾਨੂੰ ਮੌਕਾ ਦਿੱਤਾ ਇਹ ਕੰਮ ਸੇਵਾ ਕਰਨ ਦਾ। ਹਾਂਜੀ। ਤੇ ਸਰਪੰਚ ਸਾਹਿਬ ਉਹਨਾਂ ਦੇ ਦੱਸਣ ਦੇ ਮੁਤਾਬਕ ਬਹੁਤ ਲੰਬਾ ਸਮਾਂ ਹੋ ਗਿਆ, ਵਿਕਾਸ ਇੰਨਾ ਨਹੀਂ ਹੋ ਸਕਿਆ ਸੀ। ਚਲੋ ਸਮੇਂ ਦੀ ਗੱਲ ਹੁੰਦੀ ਆ, ਉਸ ਸਮੇਂ ਪੰਚਾਇਤਾਂ ਨੇ ਜਿੰਨਾ ਕੀਤਾ ਠੀਕ ਕੀਤਾ ਹੋਊਗਾ। ਕਈ ਵਾਰੀ ਸਾਧਨਾਂ ਦੀ ਸਮੱਸਿਆ ਆ ਜਾਂਦੀ, ਸਰਕਾਰੀ ਫੰਡਸ ਦੀ ਪ੍ਰੋਬਲਮ ਆ ਜਾਂਦੀ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਤੇ ਹੁਣ ਤੁਸੀਂ ਆਖਰ ਦੇ ਵਿੱਚ ਆਪਣੇ ਜਿਹੜੇ NRI ਸੱਜਣ ਹੈਗੇ ਆ, ਜਿਨ੍ਹਾਂ ਨੇ ਤਾਂ ਦਾਨ ਦੇ ਦਿੱਤਾ, ਸਹਿਯੋਗ ਕਰ ਦਿੱਤਾ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਤੇ ਜਿਨ੍ਹਾਂ ਨੇ ਅਜੇ ਦੇਣਾ ਉਹਨਾਂ ਨੂੰ ਅਪੀਲ ਵੀ ਕਰ ਲੈਣੀ ਚਾਹੀਦੀ ਆ। ਹਾਂਜੀ ਹਾਂਜੀ ਸਰ ਜੀ, ਬਹੁਤ ਜ਼ਿਆਦਾ ਉਹਨਾਂ ਨੂੰ ਕਹਿ ਰਹੇ ਹਾਂ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ, ਜਿਨ੍ਹਾਂ ਨੇ ਸਾਨੂੰ ਦਾਨ ਦਿੱਤਾ, ਜਿਨ੍ਹਾਂ ਵੱਲੋਂ ਆ ਰਿਹਾ ਉਹਨਾਂ ਦਾ ਹੋਰ ਵੀ ਜ਼ਿਆਦਾ, ਕਿਉਂਕਿ ਉਹਨਾਂ ਨੇ ਹਜੇ ਦੇਣਾ ਆ। ਹੋਰ ਤੁਹਾਡੇ ਮਨ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਹੈਗੇ ਨੇ ਕਿ ਪਿੰਡ ਦੇ ਵਿੱਚ ਆਇਆ ਜਿਹੜੇ ਕੰਮ ਉਹ ਹੋਣ ਵਾਲੇ ਹੈਗੇ? ਜਿਵੇਂ ਤੁਸੀਂ ਦੱਸਿਆ, ਜਿਹੜਾ ਸਭ ਤੋਂ ਮੇਨ ਜਿਹੜਾ ਕੰਮ ਸੀਗਾ ਉਹ ਹਰੇਕ ਪਿੰਡ ਦੇ ਵਿੱਚ ਹੀ ਆ, ਵੈਸੇ ਪੂਰੇ ਪੰਜਾਬ ਦੇ ਵਿੱਚ ਛੱਪੜ ਜਿਹੜੇ ਆ ਉਹਦੇ ਆਬਾਦੀ ਆਲੇ ਦੁਆਲੇ ਆ ਜਾਂਦੀ, ਤਾਂ ਛੱਪੜ ਪਿੰਡ ਦੇ ਵਿਚਾਲੇ ਆ ਜਾਂਦਾ, ਸਮੱਸਿਆ ਹੈਗੀ ਆ। ਤੁਸੀਂ ਇਹ ਵੱਡਾ ਉਪਰਾਲਾ ਕੀਤਾ, ਇਹ ਤਾਂ ਸਾਡੀ ਸਮੁੱਚੀ ਟੀਮ NKN TV ਦੀ ਟੀਮ ਵੱਲੋਂ ਵੀ ਤੁਹਾਨੂੰ ਮੁਬਾਰਕ ਹੈ, ਵਧਾਈ ਆ, ਤੁਹਾਨੂੰ ਸ਼ਾਬਾਸ਼ ਵੀ ਹੈਗੀ ਆ। ਤੇ ਹੋਰ ਪ੍ਰੋਜੈਕਟ ਤੁਹਾਡੇ ਮਨ 'ਚ ਕਿਹੜੇ ਹੈਗੇ ਨੇ ਪੂਰੀ ਪੰਚਾਇਤ ਦੇ ਵੀ ਇਹ ਕੰਮ ਕਰਨ ਵਾਲੇ ਹੈਗੇ ਨੇ ਹਾਲੇ? ਸਰ ਬਹੁਤ ਜ਼ਿਆਦਾ ਕੰਮ ਆ ਹਜੇ ਪਿੰਡ ਦੇ ਕਰਨ ਵਾਲੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿੰਡ ਵੀ ਸੁੰਦਰ ਬਣੇ, ਸਾਡੇ ਮਨ ਦੀ ਇੱਛਾ ਇਹ ਆ, ਅਸੀਂ ਵਧੀਆ ਬਣਾਉਣਾ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਨਸ਼ਿਆਂ ਤੋਂ ਬਚੇ, ਚੰਗਿਆਂ ਕੰਮਾਂ ਵੱਲ ਲੱਗੇ। ਸਾਡੇ ਵੱਲ ਦੇਖ ਕੇ ਸਾਡੇ ਬੱਚੇ ਵੀ ਇਦਾਂ ਦਾ ਮਤਲਬ ਸੋਚਣਗੇ, ਅਸੀਂ ਵੀ ਇਹੋ ਜਿਹਾ ਕੰਮ ਕਰੀਏ ਜਿਹੋ ਜਿਹਾ ਅਸੀਂ ਕਰ ਰਹੇ ਹਾਂ। ਕੀ ਬਾਤ ਹੈ ਜੀ। ਹਾਂਜੀ। ਇੱਥੋਂ ਸਕੂਲ ਜਿਹੜਾ ਉਹ ਕਿੰਨੀ ਤੱਕ ਹੈਗਾ? 5ਵੀਂ ਤੱਕ ਹੈ ਸਰ। ਅੱਛਾ, ਫਿਰ 8ਵੀਂ ਤੋਂ 10ਵੀਂ 12ਵੀਂ ਬਾਕੀ ਬੱਚੇ ਕਿੱਥੇ ਜਾਂਦੇ ਪੜ੍ਹਨ? ਕੁਛ ਸਾਲ ਹੋ ਜਾਂਦੇ ਆ, ਕੁਛ ਘਰਿਆਮ ਜਾਂਦੇ ਆ। ਅੱਛਾ, ਹਾਂਜੀ ਠੀਕ ਹੈ। ਤੇ ਮੰਗ ਕਰਦੇ ਹੋ ਤੁਸੀਂ ਕਿ ਇਸ ਪਿੰਡ ਦੇ ਵਿੱਚ ਅਪਗ੍ਰੇਡ ਕੀਤਾ ਜਾਵੇ? ਹਾਂਜੀ ਹਾਂਜੀ, ਇਹ ਗੱਲ ਦੀ ਤਾਂ ਅਸੀਂ ਬਹੁਤ ਦੇਰ ਦੀ ਕਹਿ ਰਹੇ ਹਾਂ ਕਿ ਆਬਾਦੀ ਦੇ ਹਿਸਾਬ ਨਾਲ ਸਾਡੇ ਵੀ ਬੱਚੇ ਪਿੰਡੋਂ ਬਾਹਰ ਨਾ ਜਾਣ, ਸਕੂਲ ਵੱਡਾ ਕੀਤਾ ਜਾਵੇ, ਕਿ ਜੋ ਬੇਟੀਆਂ ਬਾਹਰ ਜਾ ਰਹੀਆਂ ਪਿੰਡ ਵਿੱਚ ਹੀ ਉਹਨਾਂ ਨੂੰ ਰੋਜ਼ਗਾਰ, ਮਤਲਬ ਜੋ ਵੀ ਪੜ੍ਹਾਈ ਆ ਉਹਨਾਂ ਨੂੰ ਸਭ ਕੁਝ ਇੱਥੇ ਮਿਲੇ। ਮੈਡਮ ਜੀ, ਇਸ ਵੇਲੇ ਤੁਹਾਨੂੰ NKN ਦੀ ਟੀਮ ਜਿਹੜੀ ਹੈ, TV ਦੀ ਜਿਹੜੀ ਸਕਰੀਨ ਹੈ ਉਹਦੇ ਤੋਂ ਲੱਖਾਂ ਲੋਕ ਦੇਖ ਰਹੇ ਨੇ, ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀ ਵੀ ਦੇਖ ਰਹੇ ਨੇ, ਜਿਨ੍ਹਾਂ ਨੇ ਤੁਹਾਨੂੰ ਗਰੰਟਾਂ ਦੇਣੀਆਂ ਹੁੰਦੀਆਂ, ਸਰਕਾਰ ਵੀ ਦੇਖ ਰਹੀ ਹੈ। ਕਿਹੜੇ ਹੋਰ ਪ੍ਰੋਜੈਕਟ ਨੇ, ਕਿੰਨਾ ਕੁ ਪੈਸਾ ਜਿਹੜਾ ਉਹਦੀ ਤੁਸੀਂ ਮੰਗ ਕਰਨਾ ਚਾਹੋਗੇ? ਸਰ ਪੈਸਾ ਤਾਂ ਜਿੰਨਾ ਆ ਜਾਵੇ ਪਿੰਡ ਵਿੱਚ ਉਨਾ ਹੀ ਥੋੜਾ ਆ, ਕਿਉਂਕਿ ਪਿੰਡ ਵਿੱਚ ਕੰਮ ਬਹੁਤ ਜ਼ਿਆਦਾ ਪਏ ਆ ਕਰਨ ਵਾਲੇ। ਹਜੇ ਜਿਸ ਤਰ੍ਹਾਂ ਅਸੀਂ ਹੁਣ ਕੰਮ ਸ਼ੁਰੂ ਕੀਤਾ ਆ, ਹਜੇ ਪਿੰਡ ਦੇ ਗੱਭੇ ਜਿਹੇ ਆਏ ਆ, ਤੇ ਆਲੇ ਦੁਆਲੇ ਸਾਰੇ ਅਜੇ ਗਲੀਆਂ ਨਾਲੀਆਂ ਸਾਡੀਆਂ ਪੱਕੀਆਂ ਕਰਨ ਵਾਲੀਆਂ ਪਈਆਂ। ਹਾਂਜੀ, ਕੁਛ ਬਾਹਰ ਸਾਡੀ ਆਬਾਦੀ ਆ ਕਲੋਨੀਆਂ ਦੀ, ਕੁਛ ਉੱਥੇ ਵੀ ਕੰਮ ਰਹਿੰਦੇ ਆ, ਅਸੀਂ ਕਹਿੰਦੇ ਆ ਉੱਥੇ ਵੀ ਵਧੀਆ ਬਣਾਇਆ ਜਾਵੇ, ਤੇ ਕੁਛ ਬਣਾ ਵੀ ਦਿੱਤਾ ਆ, ਹੋਰ ਚਾਹੁੰਦੇ ਆ ਕਿ ਹੋਰ ਵੀ ਵਧੀਆ ਹੋਵੇ ਇਸ ਪਿੰਡ ਲਈ। ਹਾਂਜੀ, ਪੈਸਾ ਸਾਨੂੰ ਵੱਧ ਤੋਂ ਵੱਧ ਸਰਕਾਰ ਦੀ ਹੈਲਪ ਚਾਹੀਦੀ।
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਥੈਂਕ ਯੂ ਸਰ। ਮੇਰੇ ਨਾਲ ਨੇ ਇਸ ਵੇਲੇ ਇਸ ਪਿੰਡ ਦੇ ਪਤਵੰਤੇ ਸੱਜਣ ਬਹੁਤ ਹੀ ਸੂਝਵਾਨ ਅਮੋਲਕ ਸਿੰਘ ਜੀ ਬਾਜਵਾ ਸਾਹਿਬ। ਬਾਜਵਾ ਸਾਹਿਬ, ਇਸ ਪਿੰਡ ਦੀ ਜਿਹੜੀ ਮੇਨ ਮਹੱਤਤਾ ਹੈਗੀ ਆ, ਜਿੱਥੋਂ ਪਿੰਡ ਨੂੰ ਸੇਧ ਮਿਲਦੀ ਆ, ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ NKN TV ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਸਾਡੇ ਪਿੰਡ ਦੀ ਸਾਰੀ ਜਾਣਕਾਰੀ ਲਈ। ਸਰਪੰਚ ਸਾਹਿਬ ਰਣਜੀਤ ਕੌਰ ਦਾ ਤੇ ਹੋਰ ਪੰਚ ਸਰਪੰਚ ਤੇ ਮੈਂਬਰ ਸਾਹਿਬਾਨ ਅਤੇ ਸਾਰੇ ਪਿੰਡ ਦੇ ਗਾਂਹ ਬਦੂ ਪਰਿਵਾਰ ਤੇ ਜ਼ਿਮੀਂਦਾਰਾਂ ਵੱਲੋਂ ਸਭ ਤੋਂ ਵੱਡਾ ਯੋਗਦਾਨ ਸਾਡੇ ਪਿੰਡ 'ਚ ਇਹ ਆ ਵੀ ਬਾਬਾ ਸ਼੍ਰੀ ਚੰਦ ਤੇ ਪ੍ਰੀਤਮ ਦਾਸ ਜੀ ਨਿਰਵਾਣ ਤੋਂ ਸ਼ੁਰੂ ਹੁੰਦਾ। ਕਦੇ ਵੀ ਕਿਤੇ ਮੁੱਖ ਕੰਮ ਹੋਵੇ, ਦੁੱਖ ਦਾ ਹੋਵੇ, ਸੁੱਖ ਦਾ ਹੋਵੇ, ਡਿਵੈਲਪਮੈਂਟ ਦਾ ਹੋਵੇ, ਜਾਂ ਕੋਈ ਵੱਡੇ ਤੋਂ ਵੱਡਾ ਲੀਡਰ ਆਵੇ, ਉਹ ਸਭ ਤੋਂ ਪਹਿਲਾਂ ਸਨਮੁਖ ਬਾਬਾ ਸ਼੍ਰੀ ਚੰਦ ਤੇ ਪ੍ਰੀਤਮ ਦਾਸ ਨਿਰਵਾਣ ਜੀ ਦੀ ਜਗ੍ਹਾ ਤੇ ਹੁੰਦਾ ਤੇ ਫਿਰ ਕੰਮ ਅੱਗੇ ਚੱਲਦਾ। ਵੱਡੇ ਵੱਡੇ ਲੀਡਰ ਆਏ, ਬਾਦਲ ਸਾਹਿਬ ਵੀ ਆਏ ਸੀਗੇ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਥੜਾ ਸਾਹਿਬ ਤੇ ਮੱਥਾ ਟੇਕੋ, ਫਿਰ ਅਸੀਂ ਪੰਗ 'ਚ ਬਹਿਣ ਦੇਣਾ। ਉਦੋਂ ਬਾਅਦ ਹੁਣ ਤੁਸੀਂ ਦੇਖ ਲਿਆ ਸਾਡੇ ਪਿੰਡ ਦੀ ਡਿਵੈਲਪਮੈਂਟ। ਸਾਡੇ ਲੰਬੜਦਾਰ ਜੀ ਨੇ ਬੜੇ ਸੰਖੇਪ ਵਿੱਚ ਦੱਸ ਦਿੱਤਾ, ਬਹੁਤ ਸਾਰਾ ਕੁਝ ਦੱਸਿਆ। ਅਜੇ ਹੋਣ ਵਾਲਾ ਬਹੁਤ ਬਾਕੀ ਆ, ਹੋ ਵੀ ਬਹੁਤ ਗਿਆ। ਸਭ ਤੋਂ ਮੇਨ ਗੱਲ ਜਿਹੜੀ ਪਹਿਲਾਂ ਸਰਪੰਚ ਸਾਹਿਬ ਨੇ ਦੱਸੀ, ਸੁਖਵਿੰਦਰ ਨੇ ਦੱਸੀ ਆ, ਉਹ ਇਹ ਆ ਜਿਹੜੇ 35-40 ਸਾਲ ਦੇ ਰਾਹ ਥੜੇ ਰੁਕੇ ਪਏ ਸੀ, ਇਹ ਸਾਡੇ ਲੇਡੀ ਸਰਪੰਚ ਰਣਜੀਤ ਕੌਰ ਦੇ ਸਮੁੱਚੀ ਪੰਚਾਇਤ ਨੇ ਕੀਤੇ ਆ। ਔਰ ਕੀਤੇ ਕਿਹਦੇ ਨਾਲ ਆ? ਸਮੁੱਚਾ ਭਾਈਚਾਰਾ, ਨਾ ਕੋ ਕਾਂਗਰਸੀ ਨਾ ਕੋ ਅਕਾਲੀ ਦਲ, ਇਹ ਸਾਰਾ ਵਰਗ ਇਕਮੁੱਠ ਹੋ ਕੇ ਚੱਲਦਾ। ਕੋਈ ਇੱਥੇ ਵਿਰੋਧਤਾ ਨਹੀਂ ਹੈ ਕਿਸੇ ਕੰਮ ਦੀ। ਜੇ ਮਾੜੀ ਮੋਟੀ ਆਈ ਤਾਂ ਸਾਰੇ ਬੈਠ ਕੇ ਸੁਲਝਾ ਲੈਂਦੇ ਆ। ਔਰ ਦੂਜੇ ਨੰਬਰ ਤੇ ਸਾਡੇ ਪਿੰਡ ਦੇ ਵਿੱਚ ਛੱਪੜਾਂ ਦਾ ਬੜਾ ਘਾਟ ਸੀਗੀ। ਸਾਰਾ ਪਿੰਡ ਆ ਪਰਲੇ ਪਾਸੇ ਜਾ ਕੇ ਦੇਖ ਲਓ, ਪਾਣੀ ਓ ਪਾਣੀ ਘੁੰਮਦਾ ਲੋਕਾਂ ਦੇ ਥਾਹਾਂ ਦੇ ਵਿੱਚ। ਔਰ ਪਿੰਡ ਦੇ ਚੰਗੇ ਬੰਦਿਆਂ ਨੇ, ਸਾਰਿਆਂ ਨੇ, NRI ਭਰਾਵਾਂ ਨੇ, ਸਰਪੰਚ ਸਾਹਿਬ ਨੇ ਮਿਹਨਤ ਕੀਤੀ। ਮਿਹਨਤ ਕਰਕੇ ਜਿਹੜਾ ਇਹਨੇ ਦੱਸਿਆ 15-20 ਲੱਖ ਦਾ ਕੰਮ ਆ, NRI ਭਰਾਵਾਂ ਨੇ, ਪਿੰਡ ਦੇ ਸਾਰੇ ਪਤਵੰਤਿਆਂ ਨੇ ਜਿੰਨੇ ਪੈਸੇ ਦਿੱਤੇ ਆ, ਬੜੀ ਖੁਸ਼ੀ ਆ। ਹੋਰ ਦੇਣਗੇ, ਆਪਾਂ ਮੰਗ ਕਰਦੇ ਆ ਬਾਹਰਲੇ NRI ਭਰਾਵਾਂ ਵੱਲੋਂ। ਔਰ ਜਿੰਨੇ ਪੈਸੇ ਭੇਜ ਸਕਦੇ ਆ, ਸਾਡੇ ਪਿੰਡ ਨੂੰ ਹੋਰ ਵਧੀਆ ਬਣਾਇਆ ਜਾਵੇ। ਔਰ ਹੋਰ ਗੱਲ ਆ, ਸਾਡੇ ਪਿੰਡ ਦੇ ਵਿੱਚ ਤੁਸੀਂ ਆਮ ਤੌਰ ਤੇ ਦੇਖ ਲੈਣਾ, ਹੁਣ ਦੀ ਸਰਪੰਚਾਇਤ, ਹੁਣ ਦਾ ਜਿਹੜਾ ਅੱਜ ਦਾ ਹੁਕੂਮਤ ਪਾਰਟੀ ਆ, ਭੱਲੀ ਝਿੱਕੀ ਆ, ਇਹਨਾਂ ਨੇ ਯੋਗਦਾਨ ਬਹੁਤ ਦਿੱਤਾ। ਉਦੋਂ ਪਹਿਲਾਂ ਡਾਕਟਰ MLA ਸੁਖੀ ਨੇ ਜਿੰਨਾ ਕੀਤਾ, ਉਹ ਬਹੁਤ ਵੱਡਮੁੱਲਾ ਯੋਗਦਾਨ ਆ। ਸਾਰੇ ਪਿੰਡ ਦੇ ਆਲੇ ਦੁਆਲੇ ਵੱਡੀਆਂ ਸੜਕਾਂ, ਕੰਕਰੀਟ ਪਾਇਆ। ਉਹ ਜੇਸਦਾਰ ਉਸ ਟਾਈਮ ਵੀ ਥੋੜੀਆਂ ਘਾਟਾਂ ਰਹਿ ਗਈਆਂ ਸਾਡੀਆਂ ਪੰਚਾਇਤਾਂ ਤੋਂ। ਜੇਕਰ ਇੱਦਾਂ ਦਾ ਉਦੋਂ ਸਰਪੰਚ ਹੁੰਦਾ, ਕਦੇ ਉਹ ਘਾਟ ਪੂਰੀ ਨਹੀਂ ਸੀ ਰਹਿ ਸਕਦੀ। ਸਾਨੂੰ ਇਹ ਦਿਨ ਦੇਖਣੇ ਨਹੀਂ ਸੀ ਪੈਣੇ। ਔਰ ਇਦੋਂ ਵਧੀਆ ਇਹਨਾਂ ਨੇ ਕੰਮ ਕੀਤਾ। ਇਹ ਮੈਂ ਨਹੀਂ ਕਹਿੰਦਾ, ਸਾਰਾ ਜੱਗ ਕਹਿੰਦਾ, ਵਿਕਾਸ ਬੋਲਦਾ। ਤੁਸੀਂ ਪਿੰਡ ਦੇ ਕਿਸੇ ਪਾਸੇ ਚੱਲ ਜਾਓ, ਛੋਟੀਆਂ ਗਲੀਆਂ, ਥੋੜ੍ਹੇ ਪੈਸੇ ਲੱਗਣੇ ਸੀ। ਅੱਜ ਜਾ ਕੇ ਦੇਖੋ, ਪਲਾਸਟਿਕ ਦੇ ਪਾਈਪ, ਇੰਟਰਲੌਕ ਲੱਗ ਗਏ ਆ। ਪਿੰਡ ਦੇ ਬੱਚੇ ਵੀ ਕਿਤੇ ਠੇਡਾ ਨਹੀਂ ਖਾਣਗੇ, ਭੱਜੇ ਜਾਣਗੇ। ਪਿੰਡ ਦਾ ਮੇਨ ਦਰਵਾਜ਼ਾ ਜਾ ਕੇ ਦੇਖੋ ਕਿੰਨਾ ਸੋਹਣਾ ਬਣ ਗਿਆ, ਥੜਾ ਬਣ ਗਿਆ। ਜਿਹੜਾ ਸਾਡੇ ਪਾਣੀ ਦਾ ਪ੍ਰੋਗਰਾਮ ਹੈ, ਬਹੁਤ ਸੋਹਣਾ ਬਣ ਗਿਆ। ਔਰ ਸਾਡੇ ਸਕੂਲ ਦੀ ਸਭ ਤੋਂ ਵੱਡੀ ਇੱਕ ਸਾਨੂੰ ਲੋੜ ਆ, ਸਕੂਲ ਸਾਡਾ 8ਵੀਂ ਤੱਕ ਕੀਤਾ ਜਾਵੇ। ਅਸੀਂ ਬਹੁਤ ਖੁਸ਼ ਹਾਂ। ਸਾਡਾ ਨਗਰ, ਸਾਡੀ ਪਰਿਆ, ਸਾਡੇ ਸਾਰਾ ਸਮੁੱਚਾ ਪਿੰਡ ਦਾ ਜਿਹੜਾ ਟੀਮ ਆ, ਕੋਈ ਪਾਰਟੀਬਾਜ਼ੀ ਸਾਡੇ ਪਿੰਡ ਹੈ ਨਹੀਂ ਕੀ। ਬੜੇ ਇਕੱਠੇ ਹੋ ਕੇ ਹੁਣ ਅਗਾਂਹ ਦੁਸਹਿਰੇ ਦਾ ਪ੍ਰੋਗਰਾਮ ਆ ਰਿਹਾ। ਜੇ ਕਿਸੇ ਦਾ ਕੋਈ ਗਿਲਾ ਸ਼ਕਵਾ ਹੋਵੇ, ਦੁਸਹਿਰੇ ਵਾਲੇ ਦਿਨ ਬਾਬਾ ਸ਼੍ਰੀ ਚੰਦ ਨਿਰਵਾਣ ਜੀ ਦੇ ਇੱਥੇ ਝੰਡਾ ਚੜ੍ਹਦਾ, ਉਦੋਂ ਬਾਅਦ ਕਿਸੇ ਦਾ ਕੁਝ ਨਹੀਂ ਰਹਿੰਦਾ, ਸਾਰਾ ਫਤਿਹ ਹੋ ਜਾਂਦਾ। ਸਾਰਾ ਸਮੁੱਚੀ ਟੀਮ ਬਾਬਾ ਸ਼੍ਰੀ ਚੰਦ ਤੇ ਬਾਬਾ ਪ੍ਰੀਤਮ ਦਾਸ ਨਿਰਵਾਣ ਜੀ ਨੂੰ ਅੱਗੇ ਮੱਥਾ ਟੇਕ ਕੇ ਸਾਰੇ ਇਕੱਠੇ ਹੋ ਕੇ ਨਿਸ਼ਾਨ ਸਾਹਿਬ ਚੜਾਉਂਦੇ ਤਾਂ ਲੰਗਰ ਛਕਦੇ। ਇੰਨਾ ਹੀ ਮੈਂ ਪਿੰਡ ਘਟਾਰੋਂ ਦੇ ਸਾਰੇ ਵਾਸੀਆਂ ਨੂੰ, ਸਰਪੰਚ ਸਾਹਿਬ ਨੂੰ, ਲੰਬੜਦਾਰ ਜੀ ਨੂੰ, ਆਏ ਹੋ ਪਤਵੰਤੇ ਮੈਂਬਰ ਸਾਹਿਬਾਨ ਨੂੰ, NK ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੋ ਇਹ ਸਾਡੇ ਪਿੰਡ ਅੱਜ ਹੋ ਰਿਹਾ ਆ, ਅਸੀਂ ਇਦੋਂ ਆਸ ਤੱਕਦੇ ਹਾਂ ਆਉਣ ਵਾਲੇ ਸਮੇਂ ਸਾਨੂੰ ਸਰਕਾਰਾਂ ਵੱਧ ਪੈਸੇ ਦੇਣ, ਅਸੀਂ ਹੋਰ ਅੱਗੇ ਪਿੰਡ ਨੂੰ ਲੈ ਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬਾਜਵਾ ਸਾਹਿਬ। ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰਾ ਪਿੰਡ ਇਕੱਠਾ ਹੋ ਕੇ ਵਿਕਾਸ ਦੇ ਲਈ ਕਿਵੇਂ ਹਮਲਾ ਮਾਰ ਰਿਹਾ, ਬੜੀ ਤਾਰੀਫ ਕੀਤੀ ਹੈ। ਅਸੀਂ ਵੀ ਜਦੋਂ ਪਿੰਡ ਦੇ ਵਿੱਚ ਐਂਟਰ ਕੀਤਾ, ਸਰਪੰਚ ਸਾਹਿਬ ਉਹਨਾਂ ਨੂੰ ਫੋਨ ਕੀਤਾ, ਇਹਨਾਂ ਨੇ ਮਿੰਟੋ ਮਿੰਟੀ ਸਾਰੇ ਪਿੰਡ ਨੂੰ, ਸਾਰੇ ਪਤਵੰਤੇ ਸੱਜਣਾਂ ਨੂੰ, ਪੂਰੀ ਪੰਚਾਇਤ ਨੂੰ ਇਕੱਠਾ ਕਰ ਲਿਆ। ਬਹੁਤ ਸਾਰੇ ਪਿੰਡਾਂ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਵਿਕਾਸ ਕਰਨਾ ਹੁੰਦਾ ਤੇ ਇੱਕ ਦੂਜੇ ਦੀ ਲੱਤ ਖਿਚਾਈ, ਜਦ ਕਿ ਇਹ ਆ ਕਿ ਜੇ ਕੋਈ ਪਿੰਡ ਦੇ ਵਿੱਚ ਵਿਕਾਸ, ਕੋਈ ਰਸਤਾ ਬਣ ਗਿਆ, ਲੰਘਣਾ ਉੱਤੋਂ ਸਾਰਿਆਂ ਨਹੀਂ ਆ, ਪਰ ਰੁਕਾਵਟਾਂ ਪਾਉਣ ਦੇ ਲਈ ਬਹੁਤ ਸਾਰੇ ਲੋਕ ਹੁੰਦੇ ਨੇ। ਆਓ ਸੱਚੀ ਮੁੱਚੀ
ਆਪਾਂ ਪਿੰਡ ਘਟਾਰੋਂ ਦੀ ਤਰ੍ਹਾਂ ਇੱਥੋਂ ਕੁਛ ਨਾ ਕੁਛ ਸਿੱਖ ਕੇ ਸਾਡੀ ਇਹ ਵੀਡੀਓ ਚਲਾਉਣ ਦਾ ਇਹ ਮੈਸੇਜ ਇੱਥੋਂ ਤੱਕ ਤੁਹਾਡੇ ਤੱਕ ਲੈ ਕੇ ਜਾਣ ਦਾ ਮਕਸਦ ਇੱਕੋ ਹੀ ਹੈ ਕਿ ਪਿੰਡ ਘਟਾਰੋਂ ਦੀ ਤਰ੍ਹਾਂ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਕਸਬਿਆਂ ਦੇ ਵਿੱਚ ਵਿਕਾਸ ਕਰੋ ਤੇ ਅਸੀਂ ਵੀ ਤੁਹਾਡੇ ਪਿੰਡ ਆ ਕੇ ਬੜੇ ਚਾਅ ਦੇ ਨਾਲ ਇਸ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਸਮਾਜ 'ਚ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਤੁਹਾਡੀ ਪਿੰਡ ਦੀ ਸ਼ੋਭਾ ਹੋਏਗੀ। ਬਹੁਤ ਸਤਿਕਾਰ ਕਰ ਰਹੇ ਨੇ ਪਿੰਡ ਦੇ ਲੋਕ ਇੱਥੋਂ ਦੇ ਰਣਜੀਤ ਕੌਰ ਸਰਪੰਚ ਦਾ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਿੱਥੇ ਜਿੱਥੇ ਲੇਡੀ ਸਰਪੰਚ ਹੈ ਵਿਕਾਸ ਬਹੁਤ ਘੱਟ ਹੁੰਦਾ, ਪਰ ਇਹ ਮਿਸਾਲ ਮੈਨੂੰ ਲੱਗਦਾ ਕਿ ਇਹਨਾਂ ਨੇ ਜਿਵੇਂ ਗੱਲ ਕੀਤੀ ਹੈ ਕਿ ਪੂਰਾ ਨਵਾਂ ਸ਼ਹਿਰ ਜਿਹੜਾ ਜ਼ਿਲ੍ਹਾ ਹੈ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ 1 ਨੰਬਰ ਤੇ ਇਹ ਪਿੰਡ ਨੂੰ ਲੈ ਕੇ ਜਾਣਾ। ਆਓ ਸੱਚੀ ਮੁੱਚੀ ਕਸਮਾਂ ਖਾਈਏ 1 ਨੰਬਰ ਤੇ ਲੈ ਕੇ ਜਾਣ ਦੀ, ਪਰ ਇਹ ਨਹੀਂ ਕਿ ਜਦੋਂ ਕੰਮ ਚੱਲਦਾ ਸੀ ਧੜੇਬੰਦੀ ਬਣਾ ਕੇ ਕੰਮ ਨੂੰ ਰੁਕਾਉਣ ਲਈ। ਧੰਨਵਾਦ। ਮੇਰੇ ਨਾਲ ਨੇ ਇਸ ਵੇਲੇ ਇਸ ਪਿੰਡ ਦੇ ਪਤਵੰਤੇ ਤੇ ਸੱਜਣ ਡਾਕਟਰ ਹਰਮੇਸ਼ ਚੰਦ ਜੀ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਬਹੁਤ ਪਰਮ ਸਤਿਕਾਰਯੋਗ NKN TV ਵਾਲੇ ਸਾਡੇ ਕੋਲ ਇੱਥੇ ਆਏ ਹਨ, ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਉਸ ਤੋਂ ਉਪਰੰਤ ਇਹਨਾਂ ਨੇ ਸਾਡੇ ਪਿੰਡ ਦੇ ਵਿਕਾਸ ਬਾਰੇ ਜੋ ਕੁਝ ਗੱਲਾਂ ਬਾਤਾਂ ਸੁਣੀਆਂ, ਜੋ ਗੱਲਾਂ ਬਾਤਾਂ ਕੀਤੀਆਂ ਔਰ ਦੇਖਿਆ, ਇਹਦੇ ਵਿੱਚ ਸਰਪੰਚ ਸਾਹਿਬ ਦਾ ਤੇ ਪੰਚਾਇਤ ਦਾ ਬਹੁਤ ਬੜਾ ਯੋਗਦਾਨ ਹੈ। ਸਾਡੇ ਪਿੰਡ ਨੂੰ ਸਿਖਰਾਂ ਤੇ ਲਿਜਾਣ ਲਈ ਸਰਪੰਚ ਸਾਹਿਬ ਨੇ ਪਿਛਲੇ 1.5 ਸਾਲ ਤੋਂ ਤਕਰੀਬਨ ਜ਼ੋਰ ਲਾਇਆ ਹੈ। ਉਹ ਕੰਮ ਜਿਹੜੇ ਪਿਛਲੇ 70 ਸਾਲ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਨਹੀਂ ਹੋਏ, ਗਲੀਆਂ ਨਾਲੀਆਂ ਦਾ ਕੰਮ ਜਿਹੜਾ ਸਿਰੇ ਨਹੀਂ ਸੀ ਚੜ੍ਹਦਾ, ਸਰਪੰਚ ਸਾਹਿਬ ਨੇ ਉਹ ਕੰਮ ਸਿਰੇ ਚਾੜ੍ਹਨ ਦਾ ਯਤਨ ਕੀਤਾ ਹੈ। ਅੱਧਾ ਪਿੰਡ ਸਾਡਾ ਤਕਰੀਬਨ ਕਵਰ ਹੋ ਗਿਆ ਹੈ, ਕਿਉਂਕਿ ਉਹਨਾਂ ਪਾਈਪ ਲਾਈਨ ਹੈ ਜਿਹੜੀ ਉਹ ਵਿੱਚ ਪਾ ਕੇ ਇਹ ਸੀਵਰੇਜ ਦੇ ਤੌਰ ਤੇ ਉਹਦਾ ਕੰਮ ਕਰਕੇ ਪਿੰਡ ਦੇ ਵਿੱਚੋਂ ਜੋ ਮੱਛਰਾਂ ਦੀ ਭਰਮਾਰ ਰਹਿੰਦੀ ਸੀ ਉਸ ਨੂੰ ਦੂਰ ਕਰਨ ਦਾ ਬੜਾ ਯਤਨ ਕੀਤਾ। ਔਰ ਸਰਪੰਚ ਸਾਹਿਬ ਨੇ ਸਾਡੇ ਪਿੰਡ ਦੇ ਵਿੱਚ ਸੜਕਾਂ ਦੇ ਉੱਤੇ ਬੂਟੇ ਲਵਾਏ ਹਨ, ਜਿਹੜੇ ਕਿ ਆਪਣੀ ਆਮ ਜ਼ਿੰਦਗੀ ਦੇ ਵਿੱਚ ਬਹੁਤ ਅਤੀ ਜ਼ਰੂਰੀ ਲੋੜ ਹੈ, ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਔਰ ਪਿੰਡ ਨੂੰ ਹਰਿਆ ਭਰਿਆ ਕਰਨ ਦੇ ਵਿੱਚ ਬੜਾ ਯਤਨ ਕੀਤਾ ਹੈ ਇਹਨਾਂ ਨੇ, ਔਰ ਅੱਗੇ ਨੂੰ ਵੀ ਇਹ ਕਰ ਰਹੇ ਹਨ। ਪਿੰਡ ਦੇ ਵਿੱਚ ਸਫਾਈ ਲਈ ਇਹਨਾਂ ਨੇ ਬੜਾ ਤਗੜੇ ਯਤਨ ਕੀਤੇ ਹਨ। ਕੋਈ ਵੀ ਕੂੜਾ ਕਰਕਟ ਪਿੰਡ ਦੇ ਵਿੱਚ ਇਹ ਰਹਿਣ ਨਹੀਂ ਦਿੰਦੇ, ਉਹ ਮੁਲਾਜ਼ਮ ਲਾਏ ਹਨ, ਉਹ ਕਰਦੇ ਹਨ। ਸੋ ਇਸ ਤਰ੍ਹਾਂ ਪਿੰਡ ਦੇ ਵਿੱਚ ਸੀਵਰੇਜ ਪੈਣ ਦੇ ਨਾਲ ਜਿਹੜਾ ਇਹਨਾਂ ਨੇ ਯਤਨ ਕੀਤਾ, ਕੋਸ਼ਿਸ਼ ਕੀਤੀ ਹੈ ਸਾਰੀ ਪੰਚਾਇਤ ਨੇ ਥੋੜ੍ਹੇ ਸਮੇਂ ਦੇ ਵਿੱਚ ਸੋਚਿਆ ਵੀ ਆਪਣੇ ਪਿੰਡ ਦੇ ਵਿੱਚੋਂ ਜੋ ਛੱਪੜ ਹੈ, ਜਿੱਥੇ ਆਈਵਰ, ਡੇਂਗੂ, ਮਲੇਰੀਆ ਤੇ ਹੋਰ ਪੀਲੇ ਵਰਗੀਆਂ ਬਿਮਾਰੀਆਂ, ਖਤਰਨਾਕ ਬਿਮਾਰੀਆਂ ਪਸਾਰ ਕਰਦੀਆਂ ਸਨ, ਉਹਨਾਂ ਤੋਂ ਸਾਨੂੰ ਬਚਾ ਇਹਨਾਂ ਨੇ ਕੀਤਾ। ਕਿਉਂਕਿ ਬਿਮਾਰੀਆਂ ਦੇ ਵਿੱਚ ਹੀ ਸਾਡਾ ਪੈਸਾ ਜਿਹੜਾ ਬਹੁਤ ਖਰਚ ਹੋ ਜਾਂਦਾ ਸੀਗਾ ਤੇ ਉਹ ਪੈਸਾ ਖਰਚਿਆ ਕਿਸੇ ਕੰਮ ਨਹੀਂ ਸੀ ਆਉਂਦਾ। ਸੋ ਉਹਨਾਂ ਬਿਮਾਰੀਆਂ ਤੋਂ ਜੇ ਬਚਾਂਗੇ ਸਾਡੇ ਖਰਚ ਵੀ ਘਟਣਗੇ, ਸਾਡੇ ਜੇਬਾਂ ਵੀ ਫੁੱਲ ਰਹਿਣਗੀਆਂ। ਉਹ ਪੈਸਾ ਜਿਹੜਾ ਅਸੀਂ ਬਿਮਾਰੀਆਂ ਤੇ ਖਰਚ ਕਰਨਾ, ਉਹ ਸਾਡੇ ਬੱਚਿਆਂ ਦੇ ਵਿੱਚ ਆਉਣ ਵਾਲੇ ਸਮਿਆਂ ਲਈ ਉਹ ਕੰਮ ਆਉਣਾ ਹੈ, ਉਹਨਾਂ ਦੇ ਭਵਿੱਖ ਲਈ ਕੰਮ ਆਉਣਾ ਹੈ। ਮੈਂ ਸਾਰੀ ਪੰਚਾਇਤ ਦਾ, ਲੰਬੜਦਾਰ ਜੀ ਸੁਖਵਿੰਦਰ ਸਿੰਘ ਜੀ ਦਾ ਤੇ ਬਲਿਹਾਰ ਸਿੰਘ ਜੀ ਦਾ, ਸਰਪੰਚ ਸਾਹਿਬ ਰਣਜੀਤ ਕੌਰ ਜੀ ਤੇ ਹੋਰ ਮੇਰੇ ਬਹੁਤ ਸਤਿਕਾਰਯੋਗ ਪੰਚ ਮੋਲਕ ਸਿੰਘ ਜੀ, ਸਾਰੇ ਵੀਰ ਸੱਜਣ ਇੱਥੇ ਆਏ ਹਨ, ਇਹਨਾਂ ਦਾ ਧੰਨਵਾਦ ਹੈ। ਔਰ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਰਕਾਰ ਸਰਪੰਚ ਸਾਹਿਬ ਨੂੰ ਜ਼ਿਆਦਾ ਗ੍ਰਾਂਟ ਦੇਵੇ ਤਾਂ ਕਿ ਪਿੰਡ ਦੇ ਵਿੱਚ ਵੱਧ ਤੋਂ ਵੱਧ ਕੰਮ ਹੋਵੇ। ਜਿਵੇਂ ਇਹਨਾਂ ਨੇ ਦੱਸਿਆ ਵੀ ਸਿਰਫ ਜਿਹੜੀਆਂ ਨਾਲੀਆਂ ਗਲੀਆਂ ਬਣਾਉਣ ਦੇ ਲਈ ਪੈਸਾ ਆਇਆ, ਉਹ ਸੀਵਰੇਜ ਲਈ ਜਾਂ ਬੜੇ ਕੰਮਾਂ ਲਈ ਕੋਈ ਪੈਸਾ ਹਜੇ ਤੱਕ ਆਇਆ ਨਹੀਂ। ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹਨਾਂ ਦਾ ਸਾਥ ਦੇਣ, ਪੈਸਾ ਦੇਣ, ਤਾਂ ਕਿ ਉਦਮ ਨਾਲ ਬਾਕੀ ਬੰਦੇ ਜਿਹੜੇ NRI ਸਾਡੇ ਭਰਾ ਉਹ ਵੀ ਉਹਨਾਂ ਨੂੰ ਦੇਖ ਕੇ ਹੋਰ ਜ਼ਿਆਦਾ ਸਾਡਾ ਸਹਿਯੋਗ ਕਰ ਸਕਣ ਤੇ ਸਾਡੇ ਪਿੰਡ ਨੂੰ 8ਵੀਂ ਤੱਕ ਹੈ ਜਿਹੜਾ ਕਰਾਉਣ ਦਾ ਇਹ ਯਤਨ ਹੈ ਜਿਹੜਾ ਸਰਪੰਚ ਸਾਹਿਬ ਨੇ ਚੁੱਕਿਆ ਹੈ। ਇਹ ਸਰਕਾਰ ਇਸ ਕੰਮ ਨੂੰ ਪੂਰਾ ਕਰੇ, 8ਵੀਂ ਤੱਕ ਸਾਡੇ ਸਕੂਲ ਨੂੰ ਅਪਗ੍ਰੇਡ ਕਰੇ। ਤੇ ਦੂਜੀ ਗੱਲ, ਸਾਡੇ ਪਿੰਡਾਂ ਦੇ ਵਿੱਚ ਜੋ ਡਿਸਪੈਂਸਰੀਆਂ ਖੋਲ੍ਹੀਆਂ ਹਨ ਉਹ ਹੁਣ ਬੰਦ ਹੋ ਚੁੱਕੀਆਂ ਹਨ। ਸੋ ਇੱਥੇ ਡਾਕਟਰ ਦਾ ਤੇ ਹੋਰ ਸਾਹਿਬਾਨ ਦਾ ਪ੍ਰਬੰਧ ਕਰਨ ਸਰਕਾਰ, ਜਿਹੜੇ ਉਹਨੂੰ ਹਸਪਤਾਲ ਬਣਾਏ ਹਨ ਉਹਨਾਂ ਬਗੈਰ ਡਾਕਟਰਾਂ ਤੋਂ ਹਸਪਤਾਲ ਵੀ ਉਜੜੇ ਹੋਏ ਪਏ ਹਨ, ਉੱਥੇ ਵੀ ਕੋਈ ਬੰਦਾ ਨਾ ਜਾਂਦਾ ਨਾ ਆਉਂਦਾ ਹੈ। ਬਿਲਡਿੰਗਾਂ ਜਿਹੜੀਆਂ ਖਰਾਬ ਹੋ ਰਹੀਆਂ ਉਹਨੂੰ ਸੰਭਾਲਣ ਦਾ ਯਤਨ ਕਰਨ। ਇਸੇ ਤਰ੍ਹਾਂ ਸੇਵਾ ਕੇਂਦਰ ਸੀ ਇੱਥੇ, ਸੇਵਾ ਕੇਂਦਰ ਵੀ ਸਾਡੇ ਪਿੰਡ ਦਾ ਜਿਹੜਾ ਉਹ ਬੰਦ ਹੋ ਚੁੱਕਿਆ ਹੈ ਔਰ ਉਹ ਸੇਵਾ ਕੇਂਦਰ ਨੂੰ ਵੀ ਦੁਬਾਰੇ ਚਾਲੂ ਕਰਕੇ ਇੱਥੇ ਜੋ ਲੋਕਾਂ ਨੂੰ ਸਾਡੇ ਪਿੰਡ ਦੀਆਂ ਨੂੰ ਸਹੂਲਤਾਂ ਮਿਲਦੀਆਂ ਉਹ ਦੁਬਾਰੇ ਦਿੱਤੀਆਂ ਜਾਣ। ਸੋ ਇਹ ਚੀਜ਼ਾਂ ਸਰਕਾਰ ਧਿਆਨ ਕਰਕੇ ਸਰਪੰਚ ਸਾਹਿਬ ਦਾ ਸਾਥ ਦੇਣ। ਜਿੱਦਾਂ ਸਾਡੇ ਪਿੰਡ ਦੇ ਸਾਰੇ ਵੀਰ, ਕੋਈ ਦੱਸਿਆ ਹੈ ਇਹਨਾਂ ਨੇ ਵੀ ਪਹਿਲਾਂ ਵੀ, ਮੈਂ ਵੀ ਦੱਸਦਾ, ਕੋਈ ਪਾਰਟੀਬਾਜ਼ੀ ਨਹੀਂ ਹੈ, ਇੱਕ ਦੂਜੇ ਨਾਲ ਸਾਰੇ ਮਿਲ ਕੇ ਕੰਮ ਕਰਦੇ ਹਨ। ਜੋ ਸਰਪੰਚ ਸਾਹਿਬ ਹੁਕਮ ਕਰਦੇ ਹਨ ਔਰ ਉਹਦੇ ਉੱਤੇ ਸਾਰੇ ਹੀ ਫੁੱਲ ਚੜ੍ਹਾਉਣ ਦਾ ਯਤਨ ਕਰਦੇ ਹਨ। ਸਰਕਾਰ ਨੂੰ ਵੀ ਬੇਨਤੀ ਹੈ, ਮਹਿਕਮਾ ਪੰਚਾਇਤ ਨੂੰ ਵੀ ਬੇਨਤੀ ਹੈ ਵੀ ਉਹ ਆਪਣਾ ਹੋਰ ਧੰਦਿਆਂ ਦੇ ਵਿੱਚੋਂ ਵਿਹਲੇ ਹੋ ਕੇ ਸਾਡੇ ਸਰਪੰਚ ਸਾਹਿਬ ਦਾ ਗਰੰਟਾ ਦੇਣ ਤਾਂ ਕਿ ਅਸੀਂ ਪਿੰਡ ਨੂੰ ਉੱਚੀਆਂ ਬੁਲੰਦੀਆਂ 'ਤੇ ਲਿਜਾ ਸਕੀਏ ਤੇ ਆਪਣੇ ਪਿੰਡ ਦਾ ਮਾਣ ਹੋਰ ਵਧਾ ਸਕੀਏ ਤੇ ਸਰਪੰਚ ਸਾਹਿਬ ਨੂੰ ਵੀ ਇਹ ਹੌਸਲਾ ਹੋਵੇ ਵੀ ਮੈਂ ਆਪਣੇ ਪਿੰਡ ਦੇ ਵਿੱਚ ਕੰਮ ਕਰਾਇਆ ਹੈ। 70 ਸਾਲ ਦੇ ਵਿੱਚ ਜਿਹੜੀਆਂ ਨਾਲੀਆਂ ਇੱਦਾਂ ਦੇ ਥੜੇ ਜਿਹੜੇ ਅੱਜ ਬਣ ਕੇ ਸਾਹਮਣੇ ਹਨ ਦਿਸ ਰਹੇ ਹਨ, ਉਹ ਨਹੀਂ ਬਣੇ ਸੀ। ਉਹ ਨਾਲੀਆਂ ਕਵਰ ਕਰਕੇ ਮੱਛਰਾਂ ਮੱਖੀਆਂ ਦੇ ਜਿਪਸਾ, ਇਹਨਾਂ ਦਾ ਬਹੁਤ ਤਕੜਾ ਉਪਰਾਲਾ ਹੈ। ਸੋ ਇੰਨੇ ਨਾਲੇ ਸਾਰਿਆਂ ਦਾ, ਸਾਰੀ ਪੰਚਾਇਤ ਦਾ, ਆਏ ਹੋਏ ਬੰਦਿਆਂ ਦਾ, NKM TV ਦਾ
ਬਹੁਤ ਬਹੁਤ ਜ਼ਿਆਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਡਾਕਟਰ ਸਾਹਿਬ ਨੇ ਬੜਾ ਬਰੀਕੀ ਦੇ ਨਾਲ ਦੱਸਿਆ ਕਿ ਪਿੰਡ ਦਾ ਵਿਕਾਸ ਜਿਹੜਾ ਸਰਪੰਚ ਸਾਹਿਬ ਤੇ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ। ਉੱਥੇ ਨਾਲ ਗੱਲ ਵੀ ਕੀਤੀ ਹੈ ਕਿ ਜਿਹੜੀਆਂ ਸਰਕਾਰੀ ਸਕੀਮਾਂ ਜਿਵੇਂ ਸੇਵਾ ਕੇਂਦਰ ਬੰਦ ਹੋ ਗਿਆ, ਡਿਸਪੈਂਸਰੀ ਦੇ ਵਿੱਚ ਕਬੂਤਰ ਬੋਲਦੇ ਨੇ, ਸਕੂਲ ਅਪਗ੍ਰੇਡ ਕਰਨ ਵਾਲਾ, ਇਹ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ, ਲੋਕ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ, ਦਿਖਾਈ ਦੇ ਰਹੀ ਹੈਗੀ ਆ। ਪਰ ਜਿੱਥੇ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਆ, ਸਰਕਾਰਾਂ ਨੇ ਸਿਹਤ ਸਹੂਲਤਾਂ ਦੇਣੀਆਂ ਹੁੰਦੀਆਂ, ਸਰਕਾਰਾਂ ਨੇ ਐਜੂਕੇਸ਼ਨ ਦੇਣੀ ਹੁੰਦੀ ਆ, ਸਰਕਾਰਾਂ ਨੇ ਪੜ੍ਹੇ ਲਿਖੇ ਬੱਚਿਆਂ ਨੂੰ ਜੌਬ ਦੇਣੀ ਹੁੰਦੀ ਆ, ਉੱਥੇ ਕਿਤੇ ਨਾ ਕਿਤੇ ਲੋਕ ਸੜਕਾਂ ਤੇ ਮੈਦਾਨ ਦੇ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਸਰਕਾਰਾਂ ਕਿੰਨੀਆਂ ਕੁ ਨਿਭਾਉਂਦੀਆਂ, ਉਹ ਲੋਕ ਜਦੋਂ ਅਸੀਂ ਸੜਕਾਂ ਦੇ ਉੱਤੇ ਦੇਖਦੇ ਨੇ ਧਰਨੇ ਮੁਜ਼ਾਹਰੇ ਲਾ ਕੇ, ਤੇ ਉਹ ਤੋਂ ਅੰਦਾਜ਼ਾ ਲੱਗਦਾ। ਆਓ ਆਪਣੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ, ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾਵੇ, ਲੋਕ ਨਿਭਾ ਰਹੇ ਨੇ, ਪਿੰਡ ਘਟਾਰੋਂ ਤੋਂ ਦਿਸਦਾ ਹੈ। ਬਹੁਤ ਧੰਨਵਾਦ। ਮੇਰੇ ਨਾਲ ਨੇ ਇਸ ਪਿੰਡ ਦੇ ਪਤਵੰਤੇ ਸੱਜਣ ਸੋਹਣ ਲਾਲ ਜੀ, ਇਹਨਾਂ ਤੋਂ ਪੁੱਛਦੇ ਹਾਂ ਕਿਵੇਂ ਚੱਲਦਾ ਪਿੰਡ ਦੇ ਵਿਕਾਸ ਦਾ ਕਾਰਜ ਤੁਹਾਡੇ ਪਿੰਡ ਦਾ। ਦੇਖੋ ਜੀ, ਮੈਨੂੰ ਤਕਰੀਬਨ 7 ਸਾਲ ਤਾਂ ਮੈਂਬਰ ਬਣੀ ਨੂੰ ਹੋ ਗਿਆ, ਤੇ ਪਹਿਲਾਂ ਮੈਂ ਗਵਰਨਮੈਂਟ ਜੋਬ ਕਰਦਾ ਸੀ, ਤੇ ਉਪਰੰਤ ਫਿਰ ਮੈਂ ਆਪਣੇ ਇੱਧਰ ਨੂੰ, ਨਹੀਂ ਤਾਂ ਆਪਾਂ ਬਣ ਨਹੀਂ ਸਕਦੇ ਪੰਚਾਇਤ ਮੈਂਬਰ ਹੀ ਬਣ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਆਪਾਂ ਇੰਪਲਾਈ ਸੀਗੇ। ਹਾਂਜੀ ਹਾਂਜੀ। ਉਸ ਤੋਂ ਉਪਰੰਤ ਅਸੀਂ ਆ ਕੇ ਦੇਖਿਆ ਕਿ ਸਾਡਾ ਮੁਹੱਲਾ ਜਾਂ ਕਿੱਦਾਂ ਸੀਗੇ, ਤੇ ਉਹਦੇ ਵਿੱਚ ਅੱਜ ਤੱਕ ਸਾਡੇ ਪਿੰਡ ਵਿੱਚੋਂ ਅਸੀਂ ਕੋਈ ਪੰਚਾਇਤ ਮੈਂਬਰ ਨਹੀਂ ਬਣੇ ਸੀ। ਔਰ ਅੱਜ ਪਹਿਲਾਂ ਮੈਂ ਪੰਚ ਬਣਿਆ, ਔਰ ਫਿਰ ਦੁਬਾਰਾ ਫੇਰ ਬਣਿਆ। ਪਹਿਲਾਂ ਮੈਂ ਬੈਠਾ ਬਣਿਆ ਸੀਗਾ, ਔਰ ਦੁਬਾਰਾ ਫੇਰ ਵੋਟਾਂ ਨਾਲ ਬਣ ਗਿਆ, ਤੇ ਦੁਬਾਰਾ ਫਿਰ ਆਪਾਂ ਪਿੰਡ ਵਿੱਚ ਕੁਛ ਨਾ ਕੁਛ ਕੀਤਾ ਕਰਕੇ, ਤੇ ਸਾਡੀ ਮੇਰੀ ਭਰਜਾਈ ਜਿਹੜੀ ਆ ਸਰਪੰਚ ਦੀ ਬਣ ਗਈ, ਤੇ ਉਹਨਾਂ ਨੇ ਮੈਨੂੰ ਵੀ ਨਾਲ ਰੱਖਿਆ। ਇਹ ਸਾਡੇ ਬੜੇ ਪੰਚਾਇਤ ਮੈਂਬਰ ਵਾ, ਤੇ ਬੜਾ ਸਹਿਯੋਗ ਦੇ ਰਹੇ ਆ, ਤੇ ਜੋ ਵੀ ਪਿੰਡ ਦਾ ਵਿਕਾਸ ਵਾ, ਅਸੀਂ ਤਕਰੀਬਨ 8 ਮੈਂਬਰੀ ਇਹ, ਇੱਕ ਸਰਪੰਚ ਵਾ, 7 ਮੈਂਬਰੀਆਂ ਅਸੀਂ। ਇੱਕ ਸਿਰਫ ਕਿਸੇ ਦਾ ਵੀ ਪੱਖ ਜਿੱਦਾਂ ਕਹਿੰਦੇ ਪਏ ਅਸੀਂ ਵਿਰੋਧਤਾ ਨਹੀਂ ਕੀਤੀ ਨਾ, ਅਸੀਂ ਆਪਸ ਵਿੱਚ ਇੰਨਾ ਇਕੱਠੇ ਰਹਿੰਦੇ ਹਾਂ ਕਿ ਜਿਹੜੀ ਇੱਕ ਸਰਪੰਚ ਨੇ ਸਾਨੂੰ ਗੱਲ ਕਹਿਤੀ ਅਸੀਂ ਉਹ 'ਤੇ ਫੁੱਲ ਚੜ੍ਹਾ ਦਿੱਤੇ। ਤੇ ਸਾਡੇ ਮੈਂਬਰ ਵੀ ਕੋਈ ਨਹੀਂ ਕਿਸੇ ਨੇ ਇੱਦਾਂ ਵੀ ਉਹਨੇ ਕਿਹਾ ਵੀ ਇੱਦਾਂ ਮੈਂ ਵੱਖਰਾ ਹੋਵਾਂ ਜਾਂ ਕਿੱਦਾਂ ਹੋਵਾਂਗਾ, ਉਹਨਾਂ ਸਾਰਿਆਂ ਨੇ ਸਾਡੇ ਸਰਪੰਚ ਸਾਹਿਬ ਦਾ ਸਾਥ ਦਿੱਤਾ, ਭਾਵੇਂ ਸਾਨੂੰ ਰਾਤ ਨੂੰ ਹਾਕ ਮਾਰਨ ਚਾਹੇ ਦਿਨੇ ਮਾਰਨ, ਉਸੇ ਟਾਈਮ ਉੱਥੇ ਹਾਜ਼ਰ ਹੋਏ। ਔਰ ਜਿਹੜੀ ਸਾਡੇ ਵਿੱਚ ਪਿੰਡ ਵਿੱਚ ਮੁੰਡੇ ਕੋਈ ਜਾਂ ਇੱਦਾਂ ਕੁਛ ਨਾ ਕੁਛ ਲੜਾਈ ਹੋ ਜਾਂਦੀਆਂ, ਉਹਨੂੰ ਵੀ ਅਸੀਂ ਪਹਿਲ ਦੇ ਆਧਾਰ 'ਤੇ ਪਿੰਡ ਵਿੱਚ ਹੀ ਹੱਲ ਕਰੀਦਾ, ਤਾਂ ਕਿ ਕੋਈ ਵੀ ਸਾਡਾ ਉੱਥੇ ਜਾ ਕੇ ਥਾਣੇ ਦੇ ਵਿੱਚ ਜਾ ਕੇ ਉੱਥੇ ਇਹਨਾਂ ਦਾ ਪੈਸਾ ਖਰਚ ਨਾ ਹੋਵੇ। ਅੱਜ ਤੱਕ ਤਾਂ ਪ੍ਰਬੰਧਾਂ ਦੀ ਕਿਰਪਾ ਰਹੀ ਆ, ਤੇ ਕੋਈ ਜਾਣ ਨਹੀਂ ਦਿੱਤਾ, ਤੇ ਕੱਲ੍ਹ ਨੂੰ ਵੀ ਸਾਡਾ ਇਹੀ ਆ ਕਿ ਪੰਚਾਇਤ ਦਾ ਕਿ ਅਸੀਂ ਇੱਦਾਂ ਦੀਆਂ ਮਾੜੀ ਮੋਟੇ ਲੜਾਈ ਝਗੜੇ ਜਿਹੜੇ ਪਿੰਡ ਵਿੱਚ ਹੀ ਨਿਪਟ ਜਾਣ, ਕਿ ਉਹਨੂੰ ਗਾਹਾਂ ਨਾ ਤੋਰਿਆ ਜਾਵੇ। ਬਹੁਤ ਵਧੀਆ ਗੱਲ ਹੈ ਜੀ। ਜਿਵੇਂ ਦੱਸਿਆ ਹੈਗਾ ਪਤਵੰਤੇ ਸੱਜਣਾ ਨੇ ਕਿ ਪਿੰਡ ਦੇ 'ਚ ਇੱਕ ਛੋਟੇ ਮੋਟੇ ਜਿਹੜੇ ਝਗੜੇ ਵੀ ਹੁੰਦੇ ਉਹ ਪਿੰਡ ਦੇ ਵਿੱਚ ਹੀ ਨਿਬੇੜ ਲੈਂਦੇ। ਬਹੁਤ ਵੱਡੀ ਗੱਲ ਹੈ, ਪਿੰਡ ਦੇ ਵਿੱਚ ਪੰਚਾਇਤ ਜਿਹੜੀ ਆ ਉਹ ਪਿੰਡ ਦੇ ਵਿੱਚ ਜੱਜ ਹੈ। ਜੇ ਅਸੀਂ ਪੁਲਿਸ ਕੋ ਜਾਂ ਅਸੀਂ ਅਦਾਲਤ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਕਟਹਿਰੇ ਦੇ ਵਿੱਚ ਖੜੇ ਹੋਣਾ ਪੈਂਦਾ। ਆਓ ਅਸੀਂ ਜੱਜ ਬਣ ਕੇ ਫੈਸਲੇ ਕਰੀਏ, ਆਪਣੇ ਪਿੰਡ ਦੇ ਆਪ ਕਰੀਏ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਜਵਾ ਸਾਹਿਬ? ਅਸੀਂ ਇੱਕ ਬੜੇ ਮਨ ਵਿੱਚ ਬੁਲਬੁਲਾ ਆ, ਬਹੁਤ ਦੇਰ ਪਹਿਲਾਂ ਵੀ ਸੀਗਾ, ਜਿਹੜਾ ਸਾਡਾ ਹਲਕਾ ਬੰਗਾ ਦੇ ਵਿੱਚ ਘਟਾਰੋਂ ਪਿੰਡ ਨੂੰ ਪਾਇਆ ਗਿਆ। ਸਾਡੇ ਨਾਲ ਬਹੁਤ ਇੱਕ ਸਰਾਸਰ ਧੱਕਾ ਕੀਤਾ ਗਿਆ। ਅਸੀਂ 2.5-3 ਕਿਲੋਮੀਟਰ ਨਵੇਂ ਸ਼ਹਿਰ ਤੋਂ ਬੈਠੇ ਹਾਂ, ਔਰ ਸਾਨੂੰ ਲਾਤਾ ਮੰਗਿਆ ਨਾਲ, ਸਾਨੂੰ ਪੁਰਜ਼ੋਰ ਪਿੰਡ ਦੇ ਬੱਚੇ ਦੀ ਮੰਗਿਆ। ਸਾਨੂੰ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਦੇ ਵਿੱਚ ਅਫਸਰ ਸਾਹਿਬਾਨ ਨੂੰ, ਸਾਰੇ ਐਮਐਲਏ ਵਜ਼ੀਰਾਂ ਨੂੰ ਬੇਨਤੀ ਕਰਦੇ ਆ ਸਾਨੂੰ ਨਵਾਂ ਸ਼ਹਿਰ ਦੇ ਵਿੱਚ ਜੋੜਿਆ ਜਾਵੇ। ਠੀਕ ਹੈ। ਤਾਂ ਅਸੀਂ ਸਾਡਾ ਪਿੰਡ ਬਹੁਤ ਖੁਸ਼ ਹੈ। ਐਡੀ ਦੂਰ ਬੰਗਾ ਕਿੱਥੇ ਜਾਣਾ, ਔਰ ਥਾਣਾ ਦੇਤਾ, ਨਵਾਂ ਸ਼ਹਿਰ ਥਾਣੇ ਸਾਨੂੰ ਲਾਉਣਾ ਚਾਹੀਦਾ। ਜਦੋਂ ਤੱਕ ਅਸੀਂ ਫੋਨ ਕਰਦੇ ਹਾਂ ਜਦੋਂ ਤੱਕ ਲੋਕ ਦੌੜ ਜਾਂਦੇ ਆ। ਬਿਲਕੁਲ ਜੀ, ਸ਼ਹਿਰ ਦੇ ਕੰਢੇ ਤੇ ਪਿੰਡ ਹੈ ਤੇ ਤੁਹਾਨੂੰ ਲਾਇਆ ਬਹੁਤ ਦੂਰ ਹੈਗਾ। ਦੂਰ ਆ, ਵੋਟਾਂ ਪਾਉਣ ਲਈ ਵੀ ਸਾਨੂੰ ਦੇਖੋ ਨਵਾਂ ਸ਼ਹਿਰ ਦੇ ਵਿੱਚ ਬੈਠੇ ਹੁੰਦੇ ਆ, ਸਾਨੂੰ ਲਾਤਾ ਬੰਗਿਆਂ 'ਚ। ਸਭ ਤੋਂ ਵੱਡਾ ਧੱਕਾ ਘਟਾਰੋਂ ਪਿੰਡ ਨਾਲ ਸਰਕਾਰਾਂ ਨੇ ਕੀਤਾ, ਪਰ ਸਰਕਾਰਾਂ ਹੀ ਹੱਲ ਕਰਦੀਆਂ। ਅਸੀਂ ਬੇਨਤੀ ਕਰਦੇ ਹਾਂ ਪੰਚਾਇਤ ਵੱਲੋਂ, ਮੋਹਤਵਰ ਸੱਜਣਾ ਵੱਲੋਂ, ਸਾਡੇ ਪਿੰਡ ਨੂੰ ਵਿਧਾਨ ਸਭਾ ਨਵਾਂ ਸ਼ਹਿਰ ਵਿੱਚ ਜੋੜਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਨੇ ਇਸ ਵੇਲੇ ਲੰਬੜਦਾਰ ਜੀ, ਜਿਹੜੇ ਕੁਝ ਡਿਮਾਂਡਸ ਜਿਹੜੀਆਂ ਪਿੰਡ ਦੀਆਂ ਹੈਗੀਆਂ ਉਹ ਸਾਹਮਣੇ ਰੱਖਣੀਆਂ ਚਾਹੁੰਦੇ ਨੇ ਪ੍ਰਸ਼ਾਸਨ ਦੀ ਤੇ ਸਰਕਾਰ ਦੇ। ਹਾਂਜੀ ਲੰਬੜਦਾਰ ਜੀ। ਬਹੁਤ ਧੰਨਵਾਦ ਜੀ ਤੁਹਾਡਾ ਇੱਕ ਵਾਰ ਫਿਰ ਮੌਕਾ ਦੇਣ ਦੇ ਲਈ। ਇੱਕ ਦੋ ਚੀਜ਼ਾਂ ਬਹੁਤ ਜ਼ਿਆਦਾ ਸਾਰਿਆਂ ਨੇ ਦੱਸ ਦਿੱਤਾ ਪਿੰਡ ਦੇ, ਜੋ ਡਿਵੈਲਪਮੈਂਟ ਹੋਈ ਆ, ਜੋ ਹੋਣ ਵਾਲੀ ਆ। ਜੋ ਮੇਨ ਇੱਕ ਚੀਜ਼ ਰਹਿੰਦੀ ਸੀ ਕਿ ਉਹ ਨੌਜਵਾਨਾਂ ਦੀ ਡਿਮਾਂਡ ਸੀਗੀ ਕਿ ਪਿੰਡ ਦੇ ਵਿੱਚ ਗਰਾਊਂਡਸ ਹੈ ਨਹੀਂਗੀ। ਗਰਾਊਂਡ ਦਿੱਤੀ ਗਈ, ਉਹ ਨੀਵੀਂ ਬਹੁਤ ਆ ਤੇ ਉੱਥੇ ਪਾਣੀ ਖੜ ਜਾਂਦਾ ਤੇ ਕਬਜ਼ੇ ਕੀਤੇ ਹੋਇਆ ਕਈ ਲੋਕਾਂ ਨੇ। ਸੋ ਮੇਰੀ ਬਹੁਤ ਬੇਨਤੀ ਆ ਕਿ ਪ੍ਰਸ਼ਾਸਨ ਜਦੋਂ ਵੀ ਪੰਚਾਇਤ ਉਹ ਕਬਜ਼ੇ ਹਟਾਊਗੀ ਤੇ ਪ੍ਰਸ਼ਾਸਨ ਸਾਥ ਦੇਵੇ, ਤੇ ਐਨਆਰਆਈ ਵੀਰਾਂ ਨੂੰ ਸਾਥ ਆ ਕਿ ਇੱਕ ਉਹਦੀ 4 ਦੀਵਾਰੀ ਕਰਨੀ ਆ ਗਰਾਊਂਡ ਦੀ ਉਹਦੇ ਲਈ, ਔਰ ਇੱਕ ਜਿਮ ਨੂੰ ਥੋੜਾ ਹੋਰ ਵੱਡਾ ਕੀਤਾ ਜਾ ਸਕੇ। ਗਰਲਸ ਵੀ ਕਈ ਡਿਮਾਂਡ ਕਰਦੀਆਂ ਸੀਗੀਆਂ, ਸਾਨੂੰ ਵੀ ਮੌਕਾ ਮਿਲਣਾ ਚਾਹੀਦਾ।
ਜਿਮ ਬੜਾ ਛੋਟਾ ਆ, ਸੋ ਉਹਦੇ ਲਈ ਵੱਡਾ ਤੇ ਇੱਕ ਗਰਾਊਂਡ ਦੇ ਲਈ NRI ਨੌਜਵਾਨ ਸਾਥੀ ਜਿਹੜੇ ਆ ਬਹੁਤ ਵਿਚਾਰਿਆਂ ਨੇ ਕ੍ਰਿਕਟ ਖੇਡਣਾ ਹੁੰਦਾ, ਫੁੱਟਬਾਲ ਖੇਡਣਾ, ਕਿਉਂਕਿ ਨੌਜਵਾਨ ਨਸ਼ਿਆਂ ਤੋਂ ਤਾਂ ਹੀ ਬਚੂਗੇ। ਵਿਹਲਾ ਮਨ ਸ਼ੈਤਾਨ ਦਾ ਕਿਹਾ ਜਾਂਦਾ, ਉਹ ਵਿਹਲੇ ਮਨ ਨੇ ਜਾਂ ਨਸ਼ੇ ਕਰਨੇ ਨੇ ਜਾਂ ਅਵਾਰਾ ਰਾਸਤਿਆਂ ਦੇ ਵਿੱਚ ਘੁੰਮਣਾ। ਸੋ ਗਰਾਊਂਡ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਗਰਾਊਂਡ ਇੱਕ ਪਿੰਡ ਦੇ ਵਿੱਚ ਵਧੀਆ ਹੋਵੇ, ਤਾਂ ਕਿ ਆਪਾਂ ਜਿਹੜੇ ਨੌਜਵਾਨ ਜਿਹੜੇ ਫੋਰਨ ਦੇ ਵਿੱਚ ਗਏ ਹੋਏ ਨੇ, ਕੈਨੇਡਾ, ਅਮਰੀਕਾ, ਕਿਤੇ ਵੀ ਦੁਬਈ 'ਚ, ਉਹਨਾਂ ਲਈ ਕੁਛ ਨਹੀਂ 20,000 50,000 ਰੁਪਇਆ ਭੇਜਣਾ, 2-4 ਲੱਖ ਰੁਪਇਆ ਭੇਜਿਆ ਤੇ ਪਿੰਡ ਦੇ ਲਈ ਇੱਕ 4 ਦੀਵਾਰੀ ਔਰ ਸਟੇਡੀਅਮ ਰੂਪ ਦੇ ਵਿੱਚ ਉਹ ਗਰਾਊਂਡ ਬਣ ਜਾਊਗੀ। ਸੋ ਅਸੀਂ ਭਾਗਾਂ ਵਾਲਿਆਂ, ਸਾਡਾ ਉਸ ਪਿੰਡ ਦੇ ਵਿੱਚ ਜਨਮ ਹੋਇਆ ਜਿੱਥੇ ਕਾਲੀ, ਕਾਂਗਰਸੀ, ਇਹ ਬਹੁਜਨ ਸਮਾਜ ਪਾਰਟੀ ਵਾਲੇ ਇਕੱਠੇ ਰਹਿੰਦੇ ਤੇ ਇਕੱਠੇ ਹਰ ਸੈਲੀਬ੍ਰੇਟ ਕਰਦੇ ਆ। ਸੋ ਇਹ ਪਿੰਡ ਆਪਣੇ ਆਪ ਦੇ ਵਿੱਚ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨੇ ਉੱਭਰ ਕੇ ਆਉਣਾ ਸੇ, ਤਾਂ ਕਿ ਆਪਾਂ ਇੱਕ ਡਿਮਾਂਡਸ ਹੈਗੀ ਆ ਸਰਪੰਚ ਸਾਹਿਬ ਲਈ ਹੈ ਤਾਂ ਡਿਮਾਂਡ, ਬਾਕੀ ਆਪਾਂ ਸਾਰੇ ਪੈਸੇ ਇਕੱਠੇ ਕਰਾਂਗੇ। ਇੱਕ ਸੋਲਰ ਸਿਸਟਮ ਲੱਗਦਾ ਸਰਪੰਚ ਸਾਹਿਬ 2 ਲੱਖ ਰੁਪਏ ਦਾ, ਕਿ ਜੇ ਸਰਕਾਰ ਵੀ ਉਹਦੇ ਲਈ ਸ਼ਾਇਦ ਸਬਸਿਡੀ ਦਿੰਦੀ ਆ, 2 ਲੱਖ ਰੁਪਏ ਦੇ ਨਾਲ ਸਾਰੇ ਪਿੰਡ ਦੀਆਂ ਲਾਈਟਾਂ ਜਿਹੜੀਆਂ ਇੱਕ ਜਗ੍ਹਾ ਤੋਂ ਜਗਣੀਆਂ, ਸੋਲਰ ਸਿਸਟਮ ਇੱਕ ਜਗ੍ਹਾ ਲਗਾ ਦੇਣਾ, ਸਾਰੀ ਲਾਈਟ ਇੱਕ ਜਗ੍ਹਾ ਤੇ ਬੰਦ ਤੇ ਚੱਲਿਆ ਕਰਨਾ, ਸਾਰੇ ਪਿੰਡ ਦੇ 25 ਤੋਂ 30 ਲਾਈਟਾਂ ਸਾਰੇ ਪਿੰਡ ਦੇ ਵਿੱਚ ਜਗਣ, ਤਾਂ ਕਿ ਰੌਸ਼ਨੀ ਦਾ ਵਧੀਆ ਪ੍ਰਬੰਧ ਹੋ ਸਕੇ। ਸੋ ਬਹੁਤ ਬਹੁਤ ਧੰਨਵਾਦ ਕਿ ਅੱਜ ਸਾਡੇ ਪਿੰਡ ਦੇ ਵਿੱਚ ਇੱਕ ਮੌਕਾ, ਸਾਨੂੰ ਐਡੇ ਵੱਡੇ ਫੰਕਸ਼ਨ ਕਰੀਦੇ ਨੇ ਪਰ ਐਨਕੇ ਟੀਮ ਨੂੰ ਪਹਿਲੀ ਵਾਰੀ ਅਸੀਂ ਰੂਬਰੂ ਹੋਣ ਦਾ ਮੌਕਾ ਮਿਲਿਆ। ਸੋ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਲੰਬੜਦਾਰ ਜੀ, ਜਿਨ੍ਹਾਂ ਨੇ ਹੋਰ ਵੀ ਬਹੁਤ ਸਾਰੀਆਂ ਡਿਮਾਂਡਸ ਜਿਹੜੀਆਂ ਉਹ ਪ੍ਰਸ਼ਾਸਨ ਤੇ ਸਰਕਾਰ ਦੇ ਸਾਹਮਣੇ ਰੱਖੀਆਂ। ਮੇਰੇ ਨਾਲ ਨੇ ਇਸ ਵੇਲੇ ਇਸ ਪਿੰਡ ਦੇ ਪਤਵੰਤੇ ਬੀਬੀ ਰੇਸ਼ਮ ਕੌਰ ਜੀ। ਰੇਸ਼ਮ ਕੌਰ ਜੀ, ਜਿਵੇਂ ਇਹ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ, ਸਰਪੰਚ ਵੀ ਲੇਡੀ ਹੈ, ਕਿਵੇਂ ਚੱਲਦਾ ਤੁਹਾਡੇ ਪਿੰਡ ਦਾ ਵਿਕਾਸ? ਵਧੀਆ ਚੱਲਦਾ ਸਰ ਜੀ। ਹਾਂਜੀ, ਅਸੀਂ ਤਾਂ ਅੱਗੇ ਵੀ ਇਹੀ ਮੰਗ ਰੱਖਦੇ ਵੀ ਇਹੀ ਸਰਪੰਚ ਹੋਣੇ ਚਾਹੀਦੇ ਸਾਨੂੰ ਅਗਲੇ 5 ਸਾਲਾਂ ਵਿੱਚ ਵੀ। ਹਾਂਜੀ, ਉਹ ਤਾਂ ਮੰਗ ਰੱਖਣ ਦੀ ਲੋੜ ਨਹੀਂ, ਉਹ ਤਾਂ ਤੁਸੀਂ ਬਣਾਉਣਾ ਪਿੰਡ ਵਾਲਿਆਂ ਨੇ, ਚਾਹੇ ਸਰਬਸੰਮਤੀ ਨਾਲ ਬਣਾ ਲਿਓ ਤੇ ਚਾਹੇ ਤੁਸੀਂ ਵੋਟਾਂ ਪਾ ਕੇ ਬਣਾ ਲਿਓ, ਤਾਂ ਤੁਹਾਡੇ ਪਿੰਡ ਦਾ ਹੀ ਮਸਲਾ ਹੈਗਾ। ਬਹੁਤ ਵਧੀਆ ਕੰਮ ਕਰਦੇ ਆ ਇਹ ਪਿੰਡ ਵਿੱਚ। ਹਾਂਜੀ, ਕੀ ਕਹਿਣਾ ਚਾਹੋਗੇ ਅੱਜ ਇਸ ਮੀਡੀਆ ਦੇ ਰਾਹੀਂ? ਲੋਕ ਜਿਹੜੇ ਇਸ ਵੇਲੇ ਲੱਖਾਂ ਸੁਣ ਰਹੇ ਨੇ ਤੁਹਾਨੂੰ, ਕਿ ਪਿੰਡਾਂ ਦੇ ਵਿੱਚ ਜਿਹੜੇ ਲੇਡੀ ਸਰਪੰਚ ਹੈਗੇ ਆ ਵੀ ਉਹਨਾਂ ਦਾ ਸਾਥ ਵੀ ਦਈਏ, ਸਾਥ ਲਈਏ, ਤਾਂ ਹੀ ਪਿੰਡਾਂ ਦਾ ਵਿਕਾਸ ਹੋਏਗਾ। ਹਾਂਜੀ, ਹਾਂਜੀ, ਸਾਥ ਦਿੰਨੇ ਪੂਰਾ, ਸੀ ਸਾਥ ਲੈਂਦੇ ਵੀ ਇਹਨਾਂ ਦਾ ਸੀ ਪੂਰਾ। ਹਾਂਜੀ, ਠੀਕ ਹੈ, ਖੁਸ਼ ਹੋ ਸਾਰੇ? ਹੈ ਜੀ, ਸਾਰੇ ਖੁਸ਼ ਆ ਅਸੀਂ, ਜੋ ਅਸੀਂ ਕਹਿੰਦੇ ਉਹੀ ਕਰਦੇ ਸਰਪੰਚ ਸਾਹਿਬ। ਕੀ ਬਾਤ ਹੈ। ਹਾਂਜੀ, ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਪਿੰਡ ਪਹਿਲੀ ਵਾਰੀ ਮੈਂ ਦੇਖਿਆ ਜਿੱਥੇ ਪੰਚਾਇਤ ਦੇ ਵਿਰੋਧ ਦੇ ਵਿੱਚ ਇੱਕ ਵੀ ਸ਼ਬਦ ਨਾ ਗਿਆ ਹੋਵੇ। ਸਮੁੱਚੀ ਪੰਚਾਇਤ ਖੜੀ ਹੈ, ਪਤਵੰਤੇ ਸੱਜਣ ਖੜੇ ਨੇ, ਹੋਰ ਪਿੰਡ ਦੇ ਲੋਕ ਵੀ ਖੜੇ ਨੇ। ਪਿੰਡ ਘਟਾਰੋਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹਲਕਾ ਜਿਹੜਾ ਵੰਗਾ ਹੈਗਾ, ਪਹਿਲਾ ਪਿੰਡ ਮੈਂ ਦੇਖਿਆ ਜਿਸ ਪਿੰਡ ਦੇ ਵਿੱਚ ਭਾਵੇਂ ਵੱਖ-ਵੱਖ ਪਾਰਟੀਆਂ ਨਾਲ ਜੁੜੇ ਲੋਕ ਹੈਗੇ ਨੇ, ਪਰ ਇਸ ਪਿੰਡ ਦੇ ਵਿੱਚ ਇਸ ਵੇਲੇ ਸਾਰੇ ਰਾਜਨੀਤੀ ਧੜੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪਿੰਡ ਦਾ ਵਿਕਾਸ ਕਰ ਰਹੇ ਨੇ। ਮੈਨੂੰ ਆਸ ਹੈ ਕਿ ਤੁਸੀਂ ਜਿੰਨੇ ਮੇਰੇ ਆਵਾਜ਼ ਨੂੰ ਸੁਣ ਰਹੇ ਹੋ, ਵੱਖ-ਵੱਖ ਪਿੰਡਾਂ ਦੇ ਵਿੱਚ ਪੰਚ, ਸਰਪੰਚ ਤੇ ਲੋਕ, ਇਸ ਪਿੰਡ ਘਟਾਰੋਂ ਦੀ ਤਰ੍ਹਾਂ ਤੁਸੀਂ ਵੀ ਆਪਣੇ ਪਿੰਡ ਨੂੰ ਧੜੇਬੰਦੀ ਤੋਂ ਉੱਠ ਕੇ, ਰਾਜਨੀਤੀ ਤੋਂ ਉੱਠ ਕੇ, ਰਾਜਨੀਤੀ ਕਰਨੀ ਤਾਂ ਪਿੰਡ ਦੇ ਵਾਸਤੇ ਪੈਸੇ ਲਿਆਉਣ ਲਈ ਕਰ ਲਈਏ, ਪਿੰਡ ਨੂੰ ਕੰਮ ਨੂੰ ਰੁਕਾਉਣ ਲਈ ਨਾ ਕਰੀਏ, ਤੇ ਇਸ ਤਰੀਕੇ ਦੇ ਨਾਲ ਘਟਾਰੋਂ ਦੀ ਤਰ੍ਹਾਂ ਤੁਸੀਂ ਵੀ ਵਿਕਾਸ ਕਰੋਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਦੇਖਦੇ ਰਹੋ ਤੁਸੀਂ NKN TV। ਮੇਰੇ ਨਾਲ ਨੇ ਇਸ ਵੇਲੇ ਲੰਬੜਦਾਰ ਸੁਖਵਿੰਦਰ ਸਿੰਘ ਜੀ। ਲੰਬੜਦਾਰ ਜੀ, ਜਿਹੜਾ ਪਿੰਡ ਦੇ ਵਿਕਾਸ ਦੀ ਗੱਲ ਅਸੀਂ ਲੈ ਰਹੇ ਸੀ, ਰਿਪੋਰਟ ਇੱਥੋਂ ਕਿੰਨੀ ਕੁ ਵਿਕਾਸ ਹੋ ਰਿਹਾ, ਕਿੰਨਾ ਕੁ ਹੋ ਗਿਆ, ਕਿੰਨਾ ਕੁ ਹੋਣ ਵਾਲਾ ਬਾਕੀ ਹੈ, ਜਿਨ੍ਹਾਂ ਦੀ ਡਿਮਾਂਡ ਸਰਕਾਰ ਤੱਕ ਜਾਵੇ, ਕੀ ਕਹਿਣਾ ਚਾਹੋਗੇ ਇਹਦੇ ਲਈ? ਬਹੁਤ ਧੰਨਵਾਦ। ਪਹਿਲਾਂ ਤਾਂ NK TV ਦੀ ਟੀਮ ਪੂਰੀ ਅੱਜ ਸਾਡੇ ਪਿੰਡ ਦੇ ਵਿੱਚ ਆਈ ਆ। ਤਮਾਮ ਲੋਕਾਂ ਤੱਕ ਇਹ ਜ਼ਰੂਰ ਪਹੁੰਚਣਾ ਚਾਹੀਦਾ ਕਿ ਪਿੰਡ ਘਟਾਰੋਂ ਉਹ ਪਿੰਡ ਆ ਜਿਹੜਾ ਬਹੁਤ ਹੀ ਆਪਣੇ ਅਗਾਂਹ ਜਿਹੜੇ ਪਿੰਡੇ ਪੱਟ ਰਿਹਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਨਵਾਂਸ਼ਹਿਰ ਡਿਸਟ੍ਰਿਕਟ ਦੇ ਵਿੱਚ ਮੇਨ ਪਿੰਡਾਂ ਦੇ ਵਿੱਚ ਇਹਨੂੰ ਸ਼ਮੂਲੀਅਤ ਹੋਊਗੀ। ਉਹਦਾ ਸਾਰਾ ਸ਼੍ਰੇ ਪੰਚਾਇਤ ਨੂੰ ਜਾਂਦਾ, ਖਾਸ ਕਰਕੇ ਰਣਜੀਤ ਕੌਰ ਸਰਪੰਚ ਸਾਹਿਬ, ਪੰਚ ਜਿੰਨੇ ਵੀ ਹੈਗੇ ਨੇ, ਸੋਹਣ ਰਾਮ ਜੀ, ਬਲਿਹਾਰ ਸਿੰਘ ਜੀ, ਤਮਾਮ ਜਸਵਿੰਦਰ ਕੌਰ ਜੀ ਪੰਚ ਨੇ, ਦੇਸਰਾਜ ਜੀ,
ਹੋਰ ਵੀ ਇਹ ਪਿੰਡ ਉਹ ਆ ਜਿਹੜਾ ਪਾਰਟੀਬਾਜ਼ੀ 'ਚ ਨਹੀਂ ਬਹੁਤਾ ਬਲੀਵ ਕਰਦਾ। ਚਾਹੇ ਪਿਛਲੀਆਂ ਸਰਕਾਰਾਂ ਸੀਗੀਆਂ ਉਦੋਂ ਵੀ ਬਹੁਤ ਵਿਕਾਸ ਹੋਇਆ ਤੇ ਹੁਣ ਵੀ ਬਹੁਤ ਤੇਜ਼ ਗਤੀ ਦੇ ਨਾਲ ਵਿਕਾਸ ਹੋ ਰਿਹਾ। ਸ਼ਾਇਦ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਬਹੁਤ ਅੜਿਓ ਜਿਹੜੇ ਸੀਗੇ ਪਿਛਲੇ 40 ਸਾਲ ਦੇ 25 ਸਾਲ ਦੇ ਪਿੰਡ, ਜਿਹੜੀ 25 ਸਾਲ ਹੋ ਗਿਆ ਸੀ ਸਾਰੀ ਜਿਹੜੀ ਫਿਰਨੀ ਸੀਗੀ ਪਿੱਛੇ, ਫਿਰਨੀ ਨਹੀਂ ਸੀ ਬਣ ਰਹੀ, ਉਹ ਸਾਡੀ ਡਿਮਾਂਡ ਸੀਗੀ, ਸਰਕਾਰ ਤੋਂ ਅਸੀਂ ਮੰਗ ਕੀਤੀ ਆ, ਉਹਦੀ ਸਾਡੀ ਡਿਮਾਂਡ ਪੂਰੀ ਉਹਨਾਂ ਨੇ ਕੀਤੀ ਆ। ਸੋ ਜਿਹੜੀਆਂ ਗ੍ਰਾਂਟ ਸੀਗੀਆਂ ਲਗਭਗ ਦੇਸ ਰਾਜ ਜੀ ਉਹਨਾਂ ਨੂੰ ਪਤਾ, ਕਲੋਨੀਆਂ ਸਾਡੇ ਪਿੰਡ ਦੀਆਂ ਪਿਛਲੇ 25 ਸਾਲ ਤੋਂ ਉਹਨਾਂ ਦਾ ਵਿਕਾਸ ਨਹੀਂ ਸੀ ਹੋਇਆ। 12 ਲੱਖ ਰੁਪਈਆ ਪਿੰਡ ਦੀ ਪੰਚਾਇਤ ਨੇ ਕਲੋਨੀਆਂ ਦੇ ਉੱਤੇ ਡਿਵੈਲਪਮੈਂਟ ਦੇ ਉੱਤੇ ਲਾਇਆ। ਬਹੁਤ ਵੱਡਾ ਅਚੀਵਮੈਂਟ ਆ ਸਰਪੰਚ ਸਾਹਿਬ ਦੀ ਪੂਰੀ ਟੀਮ ਦੀ। ਜਿਹੜੇ ਪਿਛਲਾ ਸਾਡਾ ਸੀਗਾ ਵੱਡੇ ਰੋਡ ਹੈ, ਇਹ ਪਿਛਲੀ ਸਰਕਾਰ ਨੇ, ਪਿਛਲੀ ਪੰਚਾਇਤ ਨੇ ਬਣਾਏ ਸੀ, ਬਹੁਤ ਵਧੀਆ ਰੋਡ ਬਣੇ ਸੀ। ਤੇ ਹੁਣ ਦੀ ਜਿਹੜੀ ਪੰਚਾਇਤ ਆ, ਇਹ ਮੇਨ ਜੋ ਇਹਨਾਂ ਦਾ ਫੋਕਸ ਹੈਗਾ ਡਿਵੈਲਪਮੈਂਟ ਦਾ, ਮੇਨ ਐਜੂਕੇਸ਼ਨਸ, ਨਸ਼ਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ, ਤੇ ਮੇਨ ਜਿਹੜਾ ਹੈਗਾ ਸਾਡੀ ਨਰੇਗਾ ਦੀ ਟੀਮ ਵੀ ਬੜੀ ਤਕੜੀ ਆ। ਜਿੰਨੀਆਂ ਵੀ ਬੀਬੀਆਂ ਭੈਣਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਕੰਮ ਕਰ ਰਹੀਆਂ ਨੇ। ਤੇ ਖਾਸ ਕਰਕੇ ਜੋ ਮੈਂ ਇਹ ਕਹਿਣਾ ਚਾਹੁੰਦਾ, ਸਰਕਾਰ ਸਤਵੀਰ ਸਿੰਘ ਪੱਲੀ ਝਿੱਕੀ ਜੀ ਜਿਹੜੇ ਹਲਕਾ ਇੰਚਾਰਜ ਵੀ ਨੇ, ਯੋਜਨਾ ਬੋਰਡ ਦੇ ਪ੍ਰਧਾਨ ਨੇ, ਬਹੁਤ ਧੰਨਵਾਦ ਉਹਨਾਂ ਦਾ ਕਿ ਉਹ ਜਦੋਂ ਵੀ ਕੋਈ ਡਿਮਾਂਡਸ ਲੈ ਕੇ ਪੰਚਾਇਤ ਜਾਂਦੀ ਆ ਤੇ ਬਹੁਤ ਉਹਨਾਂ ਦੀ ਡਿਮਾਂਡ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੇ ਬਹੁਤ ਗ੍ਰਾਂਟਾਂ ਰਿਲੀਜ਼ ਕਰ ਰਹੀਆਂ ਨੇ। ਉਹਨਾਂ ਤੋਂ ਵੀ ਜ਼ਿਆਦਾ ਜਿਹੜਾ ਹੈਗਾ ਮੁੱਖ ਯੋਗਦਾਨ ਜਿਹੜਾ ਹੈਗਾ ਉਹ NRI ਵੀਰਾਂ ਦਾ। ਤੇ ਪਿੰਡ ਦੇ ਵਿੱਚ ਧੜੇਬਾਜ਼ੀ ਤੋਂ ਉੱਪਰ ਉੱਠ ਕੇ, ਕੋਈ ਅਕਾਲੀ ਦਲ ਦਾ ਹੋਵੇ, ਚਾਹੇ ਕਾਂਗਰਸ ਦਾ, ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਰਲ ਮਿਲ ਕੇ ਹਿੱਸਾ ਪਾ ਰਹੇ ਨੇ। ਸੋ ਸਾਨੂੰ ਜਿਹੜੇ ਪਿੰਡ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਉਹਨਾਂ ਪਿੰਡਾਂ 'ਚ ਬਹੁਤ ਵਿਕਾਸ ਹੁੰਦਾ। ਸੋ ਮੈਂ ਤਾਂ ਇਹੀ ਮੰਗ ਕਰਦਾ, ਸਾਡੀਆਂ 3-4 ਜਿਹੜੀਆਂ ਡਿਮਾਂਡਸ ਮੈਂ ਕਹਿਣਾ ਚਾਹਨਾ, ਇੱਕ ਸਾਡੀ ਪਾਰਕ ਆ ਬਣਨੀ ਅੱਡੇ ਦੇ ਵਿੱਚ, ਬੱਸ ਸਟੈਂਡ ਦੇ ਕੋਲ ਪਾਰਕ ਨਹੀਂ ਹੈਗੀ। ਇੱਕ ਛੱਪੜਾਂ ਦਾ ਜੇਕਰ ਵਿਕਾਸ ਸਾਡਾ ਧੁਰ ਪ੍ਰੋਜੈਕਟ ਚੜ੍ਹਦਾ, ਆਉਣ ਵਾਲੇ 1-2 ਸਾਲਾਂ ਤੇ ਇੱਥੇ ਪਾਰਕਿੰਗ, ਬੱਚਿਆਂ ਦੇ ਲਈ ਝੂਲੇ ਲੱਗੇ ਹੋਣੇ ਚਾਹੀਦੇ ਆ। ਤੇ 3-4 ਕਈ ਲੋਕਾਂ ਦੇ ਦੇਖੋ ਪੈਸੇ ਹਰ ਤਰ੍ਹਾਂ ਨਾਲ, ਨੌਜਵਾਨ ਇੱਕੋ ਚੀਜ਼ ਲਈ ਪੈਸੇ ਨਹੀਂ ਭੇਜਦੇ ਕਿ ਉਹ ਕਹੂਗੇ ਇੰਟਰਲੋਕ ਦੇ ਲਈ ਉਹ ਨਹੀਂ ਭੇਜ ਦੇਣੇ, ਸੜਕਾਂ ਦੇ ਲਈ ਕਈ ਬੱਚੇ ਕਹਿੰਦੇ ਆ, ਨੌਜਵਾਨ ਉਹ ਕਹਿੰਦੇ ਤੁਸੀਂ ਜੇਕਰ ਕੈਮਰੇ ਲਾਣੇ ਅਸੀਂ ਤਾਂ ਪੈਸੇ ਭੇਜਣਾ ਚਾਹੁੰਦੇ, ਕੈਮਰੇ ਲਗਾਓ ਪਿੰਡ ਦੇ ਵਿੱਚ। ਕਈ ਨੌਜਵਾਨ ਸਾਥੀ ਚਾਹੁੰਦੇ ਕੋਈ ਫੰਕਸ਼ਨ ਆਰਗੇਨਾਈਜ਼ ਕਰੋ, ਐਜੂਕੇਸ਼ਨ ਦੇ ਸੰਬੰਧ ਦੇ ਵਿੱਚ ਲਾਇਬ੍ਰੇਰੀ ਬਣਾਓ, ਅਸੀਂ ਪੈਸਾ ਭੇਜਣਾ ਚਾਹੁੰਦੇ ਹਾਂ। ਸੋ ਜਿੱਦਾਂ ਦੇ ਸ਼ੌਂਕ ਨੇ ਲੋਕਾਂ ਨੂੰ, ਉਸ ਤਰ੍ਹਾਂ ਦੇ ਲੋਕ ਪੈਸਾ ਭੇਜਣਾ ਚਾਹੁੰਦੇ ਨੇ। ਤੇ ਇੱਥੇ ਉਹ ਲੋਕ ਖੜੇ ਨੇ ਜਿਹੜਾ ਦੇ ਆਪਣੇ ਦਮ ਤੇ 2-2 3-3 ਲੱਖ ਰੁਪਈਆ ਮੰਗਾ ਸਕਦੇ ਨੇ। ਆਪਣੇ ਸਾਡੇ ਇੰਨੇ ਲਗਭਗ ਹਾਫ ਜਿਹੜੇ ਲੋਕ ਨੇ, ਅੱਧੇ ਲੋਕ ਨੇ ਉਹ NRI ਵੀਰ ਨੇ। ਜੇਕਰ ਆਪਾਂ ਤਕੜੇ ਹੋ ਕੇ ਸਾਰੇ ਪਿੰਡ ਨੂੰ ਖੂਬਸੂਰਤ ਬਣਾਈਏ, ਮੈਂ ਕਹਿੰਦਾ ਸਰਪੰਚ ਸਾਹਿਬ ਜੋ ਲੋਕਾਂ ਦੀ ਆਵਾਜ਼ ਆ ਕਿ ਆਉਣ ਵਾਲੇ 25 ਸਾਲ ਇਹ ਰਾਜ ਇਸ ਕਰਨ ਦੇ ਇਹਨਾਂ ਦੇ ਵਿੱਚ ਸ਼ਮਤਾ ਆ ਕਿ ਸਾਰੇ ਹੀ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੇ ਸਰਪੰਚ ਸਾਹਿਬ ਬਿਨਾਂ ਧੜੇਬਾਜ਼ੀ ਤੋਂ, ਬਿਨਾਂ ਪਾਰਦਰਸ਼ਿਤਾ ਤੋਂ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਬਹੁਜਨ ਸਮਾਜ ਪਾਰਟੀ ਹੋਵੇ, ਸਾਰੇ ਜਦੋਂ ਇੱਕ ਹੋ ਕੇ ਸਰ ਕੰਮ ਕਰਦੇ ਆ ਤੇ ਬਹੁਤ ਤਕੜੇ ਉਹਦੇ ਰਿਜ਼ਲਟ ਨਿਕਲਦੇ। ਬਹੁਤ ਮੈਂ ਵਧਾਈ ਦਿੰਦਾ ਇਹਨਾਂ ਨੂੰ, ਕਿ ਤੁਹਾਨੂੰ ਵੀ ਵਧਾਈ ਦਿੰਦਾ, ਤੁਸੀਂ ਇਸ ਮੌਕੇ ਦੇ ਉੱਤੇ ਸਾਡੇ ਵਿਚਕਾਰ ਵਿਰਾਜਮਾਨ ਹੋਏ ਹੋ। ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ। ਇਹਨੇ ਲੰਬੜਦਾਰ ਜੀ ਪਿੰਡ ਘਟਾਰੋਂ ਤੋਂ, ਜਿਨ੍ਹਾਂ ਨੇ ਪੂਰੀ ਪਿੰਡ ਦੀ ਪੰਚਾਇਤ, NRI ਸੱਜਣ ਤੇ ਪਤਵੰਤੇ ਸੱਜਣਾਂ ਦਾ, ਔਰ ਇਹ ਵੀ ਗੱਲ ਦੱਸੀ ਹੈ ਕਿ ਇਹ ਪੂਰਾ ਪਿੰਡ ਜਿਹੜਾ ਧੜੇਬੰਦੀ ਰਾਜਨੀਤੀ ਤੋਂ ਪਰੇ ਹੋ ਕੇ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਔਰ ਸਾਰੀਆਂ ਸਰਕਾਰਾਂ ਦਾ ਲਾਹਾ ਵੀ ਲੈਂਦੇ। ਬਹੁਤ ਚੰਗੀ ਗੱਲ ਹੈ। ਬਹੁਤ ਸਾਰੇ ਪਿੰਡਾਂ ਦੇ ਵਿੱਚ ਧੜੇਬੰਦੀ ਰਾਜਨੀਤੀ, ਇੱਕ ਦੂਜੇ ਦੀਆਂ ਲਿੱਤ ਖਿਚਾਈ, ਉਹ ਹੀ ਜ਼ਿਆਦਾ ਚੱਲਦਾ ਹੁੰਦਾ। ਆਓ ਆਪਾਂ ਸਿੱਖੀਏ ਇਸ ਪਿੰਡ ਘਟਾਰੋਂ ਤੋਂ, ਆਪਣੇ ਪਿੰਡ ਨੂੰ ਵੀ ਇੱਦਾਂ ਵਿਕਾਸ ਦੀਆਂ ਲੀਹਾਂ ਤੇ ਚੱਲੀਏ। ਆਓ ਮਿਲਦੇ ਪਿੰਡ ਦੇ ਹੋਰ ਵੀ ਪਤਵੰਤੇ ਸੱਜਣਾਂ ਨੂੰ।